ਤਾਂ ਜਿਹੜੀ ਸਕਰੂਟਨੀ ਦੇ ਲਈ ਜਿਹੜੀਆਂ ਲਿਸਟਾਂ ਪਾਈਆਂ ਗਈਆਂ ਸੀ ਉਹਨਾਂ 'ਚ ਜਿਹੜੇ ਹਾਈਐਸਟ ਉੱਪਰਲੇ ਮੈਰਿਟ ਵਾਲੇ ਬੰਦੇ ਸੀਗੇ ਉਹ ਨਵੀਂ ਲਿਸਟ ਵਿੱਚੋਂ ਗਾਇਬ ਨੇ। ਕਈ ਸਬਜੈਕਟਾਂ ਦੀਆਂ ਲਿਸਟਾਂ ਹੀ ਨਹੀਂ ਪਾਈਆਂ ਜਾ ਰਹੀਆਂ, ਉਹਨੂੰ ਸਿੱਧਾ ਜੁਆਇਨ ਕਰਾਇਆ ਜਾ ਰਿਹਾ ਰਾਤੋਂ ਰਾਤ। ਸ਼ਰੇਆਮ ਆਪਣੇ ਜਿਹੜੇ ਪਸੰਦੀਦਾ ਬੰਦੇ ਆ ਹੇਠਾਂ ਤੋਂ ਚੱਕ ਕੇ ਤਾਂ ਬੁਲਾਏ ਗਏ ਆ। ਸਾਡੇ ਕੋਲ ਪ੍ਰੂਫ ਪਏ ਆ, ਜੇ ਨਹੀਂ ਪ੍ਰੂਫ ਹੈਗੇ ਤਾਂ ਮੇਰੇ ਤੇ ਕੋਈ ਮਾਨਹਾਨੀ ਦਾ ਕੇਸ ਕਰਦੇ, ਇਹਨਾਂ 'ਚੋਂ ਕੋਈ ਮਰਜ਼ੀ। ਸ਼ਰੇਆਮ ਪ੍ਰੂਫ ਆ, ਸੁਣਨ ਨੂੰ ਕੋਈ ਤਿਆਰ ਤਾਂ ਮਤਲਬ ਕਿ ਸਵਾਲ ਇੱਥੇ ਖੜਾ ਹੁੰਦਾ ਹੈਗਾ, ਪੋਸਟ ਇੱਕ ਹੈ, ਨੇਚਰ ਇੱਕੋ ਜਿਹਾ ਹੈ, ਦੋਨੋਂ ਯੂਨੀਵਰਸਿਟੀਆਂ ਅੱਡ-ਅੱਡ ਕ੍ਰਾਈਟੇਰੀਏ ਕਿਵੇਂ ਫੋਲੋ ਕਰ ਸਕਦੀ? ਜਦੋਂ ਤੱਕ ਇਹ ਮਤਲਬ ਕਿ ਸਹੀ ਨਹੀਂ ਕਰਦੇ, ਚਾਹੇ ਮੈਨੂੰ ਮਰਨ ਵਰਤਨ ਤੇ ਬੈਠਣਾ ਪਵੇ, ਚਾਹੇ ਮੈਨੂੰ ਭੁੱਖ ਹੜਤਾਲ ਤੇ ਬੈਠਣਾ ਪਵੇ, ਪਰ ਮੈਂ ਉਦੋਂ ਤੱਕ ਇੱਥੋਂ ਨਹੀਂ ਹਿਲ ਸਕਦੀ ਜਦੋਂ ਤੱਕ ਇਹ ਸਾਡੀ ਡਿਮਾਂਡ ਨਹੀਂ ਮੰਨਦੀ। ਬਸ ਇਹੀ ਕਹਿੰਦੇ ਵੀ ਉਹ ਬੰਦਾ ਕਹਿੰਦੇ ਤੁਸੀਂ ਉਹਨਾਂ ਨਾਲ ਗੱਲ ਕਰ ਲਓ, ਉਹ ਕਹਿੰਦੇ ਉਹਨਾਂ ਨਾਲ ਗੱਲ ਕਰ ਲਓ। ਅਸੀਂ ਸਾਰਿਆਂ ਨੂੰ ਮੇਲਸ ਪਾਈਆਂ, ਇਨਫੈਕਟ ਅਸੀਂ ਇਹਨਾਂ ਨੂੰ ਆਪਣੀ ਐਪਲੀਕੇਸ਼ਨ ਲੈਟਰ ਦਿੱਤੀ ਵੀ ਹੈ ਜਦੋਂ, ਤਾਂ ਇਹਨਾਂ ਨੇ ਸਿੰਪਲੀ ਬੋਲਿਆ ਤੁਸੀਂ ਰੱਖ ਦਿਓ, ਅਸੀਂ ਦੇਖ ਲਾਂਗੇ। ਇਹ ਚਾਹੁੰਦੇ ਆ ਕਿ ਸ਼ਾਇਦ ਅਸੀਂ ਕੋਰਟ ਜਾਈਏ, ਪੋਸਟਾਂ ਰੁਕ ਜਾਣ ਤੇ ਫਿਰ ਅਸੀਂ ਇਹ ਕਹਿ ਸਕੇ ਵੀ ਅਸੀਂ ਤਾਂ ਕੱਢੀਆਂ ਸੀ ਪੋਸਟਾਂ, ਇਹਨਾਂ ਨੇ ਬੱਚਿਆਂ ਨੇ ਲਈਆਂ ਨਹੀਂ। ਅਸੀਂ ਮੈਡਮ ਸਵੇਰੇ ਆ ਕੇ ਇੱਥੇ ਬੈਠੇ ਹਾਂ, ਕਾਨਫਰੰਸ ਹਾਲ 'ਚ ਸਾਨੂੰ ਬਿਠਾਤਾ ਜਾਂਦਾ ਹੈ। ਅੱਧਾ ਪੌਣਾ ਘੰਟਾ ਬੈਠਣ ਤੋਂ ਬਾਅਦ ਸਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਸਾਰੇ ਲੋਕਾਂ ਨੂੰ ਇੱਕ ਅਨਾਉਂਸਮੈਂਟ ਕੀਤੀ ਜਾਂਦੀ ਹਿਸਟਰੀ ਤੇ ਮੈਥਸ ਵਾਲਿਆਂ ਨੂੰ ਕਿ ਤੁਸੀਂ ਆਪਣੇ ਆਪਣੇ ਲੈਵਲ ਤੇ ਜਿਹੜੇ ਇੰਸਟੀਚਿਊਟ ਤੋਂ ਆਏ ਹੋ ਉੱਥੇ ਆਪਣਾ ਰੈਜ਼ਿਗਨੇਸ਼ਨ ਪਾ ਦਿਓ। ਦੋ ਤਰ੍ਹਾਂ ਦੀ ਪੜ੍ਹਾਈ ਜਦੋਂ ਤੱਕ ਤੁਸੀਂ ਨਹੀਂ ਕਰੋਗੇ ਉਦੋਂ ਤੱਕ ਕੁਝ ਨਹੀਂ ਮਿਲਣਾ। ਇੱਕ ਉਹ ਆ ਜਿਹੜੀ ਸਿਲੇਬਸਾਂ ਦੀ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ 'ਚ ਮਿਲਦੀ ਆ, ਦੂਸਰੀ ਆ ਜਿਹੜੀ ਸੜਕਾਂ ਤੇ ਡੰਡੇ ਖਾ ਕੇ ਮਿਲਦੀ ਆ। ਜੇ ਉਹ ਸਟੱਡੀ ਲਈ ਤੁਸੀਂ ਨਹੀਂ ਤਿਆਰ ਤਾਂ ਮੈਂ ਕਹੂੰਗਾ ਕਿ ਰੁਜ਼ਗਾਰ ਲਈ ਵੀ ਤੁਸੀਂ ਯੋਗ ਨਹੀਂ ਹੈਗੇ। ਸਤਿ ਸ਼੍ਰੀ ਅਕਾਲ ਜੀ, ਟੀਵੀ ਪੰਜਾਬ ਲਈ ਮੈਂ ਦਵਿੰਦਰ ਕੌਰ। ਅਸੀਂ ਇਸ ਵੇਲੇ ਚੰਡੀਗੜ੍ਹ ਦੇ ਸੈਕਟਰ 26 ਮੈਕਸੀਪਾ ਵਿੱਚ ਹਾਂ। ਮਹਾਤਮਾ ਗਾਂਧੀ ਇੰਸਟੀਚਿਊਟ ਹੈ ਪਬਲਿਕ ਐਡਮਿਨਿਸਟ੍ਰੇਸ਼ਨ ਦਾ, ਤੇ ਇੱਥੇ ਤੁਸੀਂ ਬਹੁਤ ਸਾਰਾ ਇਕੱਠ ਦੇਖ ਰਹੇ ਹੋ ਪੰਜਾਬ ਭਰ ਤੋਂ ਆਏ ਲੋਕਾਂ ਦਾ। ਇਹ ਅਸਿਸਟੈਂਟ ਪ੍ਰੋਫੈਸਰ ਨੇ ਵੱਖ-ਵੱਖ ਕਾਲਜਾਂ ਵਿੱਚ, ਕੱਚੇ ਐਡਹੌਕ ਜਾਂ ਗੈਸਟ ਫੈਕਲਟੀ ਸ਼ਾਇਦ ਇਹਨਾਂ ਨੇ ਨਹੀਂ ਰੱਖੇ। ਪਿਛਲੇ ਦਿਨੀ ਅਸਿਸਟੈਂਟ ਪ੍ਰੋਫੈਸਰਸ ਦੀਆਂ ਸਰਕਾਰੀ ਕਾਲਜਾਂ ਵਿੱਚ ਅਸਾਮੀਆਂ ਭਰਨ ਲਈ, ਅੱਧੀਆਂ ਅਧੂਰੀਆਂ ਅਸਾਮੀਆਂ ਭਰਨ ਲਈ 1100 ਦੇ ਕਰੀਬ, 1100 ਤੋਂ ਥੋੜ੍ਹੀਆਂ ਜਿਹੀਆਂ ਵੱਧ ਅਸਾਮੀਆਂ ਭਰਨ ਲਈ ਇਹਨਾਂ ਨੇ ਇੰਨੀਆਂ ਕੁ ਪੋਸਟਾਂ ਕੱਢੀਆਂ ਸੀ ਤੇ ਉਹਦਾ ਪੇਪਰ ਲਿਆ ਸੀ। ਪੇਪਰ ਬਾਰੇ ਵੀ ਵਿਵਾਦ ਹੈ, ਉਹ ਜਿਹੜੀ ਪ੍ਰੀਖਿਆ ਹੋਈ ਸੀ ਉਹਦੇ ਬਾਰੇ ਵੱਖਰੀ ਤਰ੍ਹਾਂ ਦੇ ਵਿਵਾਦ ਹਨ। ਅਸੀਂ ਉਹ ਪਹਿਲਾਂ ਟੀਵੀ ਪੰਜਾਬ ਵੱਲੋਂ ਉਹ ਵੀ ਕਰ ਚੁੱਕੇ ਆ, ਉਸ ਤੇ ਵੀ ਪ੍ਰੋਗਰਾਮ ਕਰ ਚੁੱਕੇ ਆ। ਇਹ ਵਿਵਾਦ ਹਾਲੇ ਇੱਕ ਲਾਂਭੇ ਹੈ, ਪਰ ਇਸ ਵੇਲੇ ਜਿਹੜਾ ਇਕੱਠ ਤੁਸੀਂ ਦੇਖ ਰਹੇ ਹੋ, ਉਹ ਜਿਹੜੇ ਪਰਚੇ ਲਏ ਸੀ ਉਹਨਾਂ ਦੇ ਰਿਜ਼ਲਟ ਆਏ ਨੇ। ਰਿਜ਼ਲਟ ਤੋਂ ਬਾਅਦ ਜਿਸ ਤਰ੍ਹਾਂ ਤੱਤ ਪੜ੍ਹਤੀ ਵਿੱਚ ਅਪੁਆਇੰਟਮੈਂਟ ਲੈਟਰ ਦਿੱਤੇ ਜਾ ਰਹੇ ਨੇ ਅਸਿਸਟੈਂਟ ਪ੍ਰੋਫੈਸਰਸ ਦੀਆਂ ਅਸਾਮੀਆਂ ਲਈ, ਉਹ ਬੜਾ ਢੰਗ ਕੋਈ ਤਰਤੀਬਵਾਰ ਜਾਂ ਕੋਈ ਸਲੀਕੇਦਾਰ ਨਹੀਂ ਹੈਗਾ। ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਇੱਕ ਵਾਰੀ ਸਰਕਾਰ ਇਹ ਥੋੜ੍ਹੀਆਂ ਜਿਹੀਆਂ ਅੱਧੀਆਂ ਅਧੂਰੀਆਂ ਅਸਾਮੀਆਂ ਭਰ ਕੇ ਪੰਜਾਬ ਵਿੱਚ ਸਰਕਾਰੀ ਕਾਲਜਾਂ ਬਾਰੇ ਇਹ ਦਾਅਵਾ ਕਰਨਾ ਚਾਹੁੰਦੀ ਹੋਵੇ ਕਿ ਅਸੀਂ ਇੰਨੇ ਅਸਿਸਟੈਂਟ ਪ੍ਰੋਫੈਸਰ ਲਾਏ ਨੇ, ਅਸੀਂ ਵੱਖ-ਵੱਖ ਵਿਸ਼ਿਆਂ 'ਚ ਲਾਏ ਨੇ, ਤੇ ਉਹਦੇ ਵਿੱਚ ਫੇਅਰਨੈਸ ਦੀ ਜਿਹੜੀ ਗੱਲ ਹੋਣੀ ਚਾਹੀਦੀ ਸੀ, ਤਰਕ ਦੀ ਗੱਲ ਹੋਣੀ ਚਾਹੀਦੀ ਸੀ, ਜਾਂ ਸਹੀ ਪ੍ਰਤਿਭਾ ਨੂੰ ਜਾਂ ਯੋਗ ਪਾਤਰਾਂ ਨੂੰ ਹੀ ਇਹ ਨੌਕਰੀਆਂ ਮਿਲਦੀਆਂ। ਉਹਦੇ ਵਿੱਚ ਬਹੁਤ ਸਾਰੇ ਵਿਵਾਦ ਨੇ। ਆਪਾਂ ਗੱਲਬਾਤ ਕਰ ਰਹੇ ਹਾਂ। ਤੁਸੀਂ ਇੱਥੇ ਬਹੁਤ ਸਾਰੇ ਲੋਕ ਇਕੱਠੇ ਹੋਏ ਨੇ, ਪੰਜਾਬ ਭਰ 'ਚ ਵੱਖ-ਵੱਖ ਥਾਵਾਂ ਤੋਂ ਆਏ ਹੋਏ ਨੇ, ਤੇ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਦੀ ਉਮਰ ਬਹੁਤ ਜ਼ਿਆਦਾ ਹੋ ਚੁੱਕੀ ਹੈ ਸਭ ਦੀ ਹੀ, ਤੇ ਇਸ 25 ਸਾਲ ਬਾਅਦ ਇਹ ਨੌਕਰੀਆਂ ਨਿਕਲੀਆਂ ਨੇ। ਆਪਾਂ ਇਸ ਸਾਡੇ ਸਾਹਮਣੇ ਨੇ ਸਰਕਾਰੀ ਕਾਲਜ ਬਚਾਓ ਮੰਚ ਦੇ ਡਾਕਟਰ ਬਲਵਿੰਦਰ ਸਿੰਘ ਚਾਹਲ। ਆਪਾਂ ਇਹਨਾਂ ਤੋਂ ਸ਼ੁਰੂ ਕਰਦੇ ਹਾਂ। ਬਲਵਿੰਦਰ ਸਿੰਘ ਚਾਹਲ ਜੀ, ਤੁਹਾਨੂੰ ਕੀ ਇਤਰਾਜ਼ ਨੇ ਇਹ ਜਿਸ ਤਰ੍ਹਾਂ ਅੱਜ ਇੱਥੇ ਅਪੁਆਇੰਟਮੈਂਟ ਲੈਟਰ ਦਿੱਤੇ ਜਾ ਰਹੇ ਨੇ, ਉਹ ਸਾਰੀ ਵਿਧੀ ਤੇ ਤੁਹਾਡੇ ਮੰਚ ਵੱਲੋਂ ਤੁਸੀਂ ਕੀ ਕਹੋਗੇ? ਮੈਂ ਇਹੀ ਕਹਿਣਾ ਚਾਹੂੰਗਾ ਕਿ ਇਹ ਪੋਸਟਾਂ ਜਿਸ ਦਿਨ ਤੋਂ ਐਡਵਰਟਾਈਜ਼ ਹੋਈਆਂ ਉਸੇ ਦਿਨ ਤੋਂ ਹੀ ਵਿਵਾਦ ਇਹਨਾਂ ਦੇ ਨਾਲ ਲਗਾਤਾਰ ਜੁੜਿਆ ਹੋਇਆ ਗਾ। ਸਰਕਾਰ ਨੂੰ ਹਰ ਰੋਜ਼ ਕੋਈ ਨਾ ਕੋਈ ਕਲੈਰੀਫਿਕੇਸ਼ਨ ਦੇਣੀ ਪੈ ਰਹੀ ਆ। ਇੰਨੇ ਸੀਨੀਅਰ IAS ਅਫਸਰ ਲੱਗੇ ਹੋਏ ਆ, ਸਿੱਖਿਆ ਮੰਤਰੀ ਆ, ਉਹਨਾਂ ਦੇ ਸਕੱਤਰ ਆ, ਸਲਾਹਕਾਰ ਆ, ਕਿ ਉਹਨਾਂ ਨੂੰ ਇੰਨੀ ਵੀ ਅਕਲ ਨਹੀਂ ਹੈਗੀ ਕਿ ਹਰ ਰੋਜ਼ ਉਹਨਾਂ ਨੂੰ ਕੁਛ ਨਾ ਕੁਛ ਕਲੈਰੀਫਿਕੇਸ਼ਨ ਦੇਣੀ ਪੈ ਰਹੀ ਆ। ਇੱਕ ਉਹਨਾਂ ਨਾਲੋਂ ਇੱਕ ਲੱਗਣ ਵਾਲਾ ਬੇਰੁਜ਼ਗਾਰ ਬੰਦੇ ਨੂੰ ਵੱਧ ਸਮਝ ਆ ਕਿ ਉਹ ਦੱਸ ਰਿਹਾ ਕਿ ਆਹ ਘਾਟ ਹੈ ਇਹਦੇ ਵਿੱਚ, ਤੇ ਉਹਨਾਂ ਦੀ ਸੁਣੀ ਨਹੀਂ ਜਾ ਰਹੀ, ਉਹਨਾਂ ਨੂੰ ਇੱਦਾਂ ਪਿਆ ਜਾ ਰਿਹਾ ਗਾ ਲਗਾਤਾਰ। ਤਾਂ ਮੈਂ ਪੁਰਾਣੀ ਵਿਵਾਦਾਂ ਨੂੰ ਛੱਡ ਕੇ ਇਸ ਤੇ ਨਵੇਂ ਤੇ ਆਉਣਾ। ਤਾਂ ਜਿਹੜੀ ਸਕਰੂਟਨੀ ਦੇ ਲਈ ਜਿਹੜੀਆਂ ਲਿਸਟਾਂ ਪਾਈਆਂ ਗਈਆਂ ਸੀ ਉਹਨਾਂ 'ਚ ਜਿਹੜੇ ਹਾਈਐਸਟ ਉੱਪਰਲੇ ਮੈਰਿਟ ਵਾਲੇ ਬੰਦੇ ਸੀਗੇ ਉਹ ਨਵੀਂ ਲਿਸਟ ਵਿੱਚੋਂ ਗਾਇਬ ਨੇ। ਕਈ ਸਬਜੈਕਟਾਂ ਦੀਆਂ ਲਿਸਟਾਂ ਹੀ ਨਹੀਂ ਪਾਈਆਂ ਜਾ ਰਹੀਆਂ, ਉਹਨਾਂ ਨੂੰ ਸਿੱਧਾ ਜੁਆਇਨ ਕਰਾਇਆ ਜਾ ਰਿਹਾ ਰਾਤੋਂ ਰਾਤ। ਤੇ ਜਿੱਦਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਇਹ ਜਿਹੜੀ ਫੀਮੇਲ ਦੀ ਰਿਜ਼ਰਵੇਸ਼ਨ ਆ ਉਹਦੇ ਵਿੱਚ ਘਪਲਾ ਕਰ ਰਹੀ ਆ। ਇੱਕ ਕਿਸ ਕਿਸਮ ਦਾ ਘਪਲਾ, ਥੋੜਾ ਜਿਹਾ ਵਿਸਥਾਰ 'ਚ ਦੱਸੋ। ਜਿਹੜੀ ਪਟਿਆਲਾ ਯੂਨੀਵਰਸਿਟੀ ਹੈਗੀ ਉਹ ਫੀਮੇਲ ਨੂੰ ਜਿਹੜੀ ਆ ਰਿਜ਼ਰਵੇਸ਼ਨ ਦੇ ਰਹੀ ਹੈਗੀ ਹੌਰੀਜੈਂਟਲ, ਤੇ ਜਿਹੜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਆ ਉਹ ਦੇ ਰਹੀ ਆ ਵਰਟੀਕਲ। ਇਹਦਾ ਮਤਲਬ ਕੀ ਹੈਗਾ ਕਿ ਜੇ ਉੱਪਰ 5 ਪੋਸਟਾਂ ਗਈਆਂ, 5 ਚੋਂ ਜੇ 3 ਜਾਂ 4 ਜਾਂ 5 ਫੀਮੇਲ ਲਈ ਰਿਜ਼ਰਵ ਨੇ,
ਤਾਂ ਫੀਮੇਲ ਲਈ ਜੇ 5 ਰਿਜ਼ਰਵ ਆ, ਜੇ 3 ਆ ਗਈਆਂ ਉਹ ਜਨਰਲ ਦੇ ਵਿੱਚ ਤਾਂ ਨਵੀਆਂ 2 ਹੀ ਰੱਖਣੀਆਂ ਹੇਠਾਂ ਤੋਂ, 5 ਦੁਬਾਰਾ ਤੋਂ ਨਹੀਂ ਨਵੀਆਂ ਰੱਖਣੀਆਂ। ਇਹ ਕਿਹੜੀ ਮੰਨੀ ਜਾਏਗੀ, ਹੌਰੀਜ਼ੌਂਟਲ ਕਿ ਵਰਟੀਕਲ? ਇਹ ਹੌਰੀਜ਼ੌਂਟਲ, ਇਹ ਪਟਿਆਲਾ ਯੂਨੀਵਰਸਿਟੀ ਕਰ ਰਹੀ ਆ, ਜਿਹੜੀ ਕਿ ਸਹੀ ਕਰ ਰਹੀ ਆ। ਪਰ ਪਟਿਆਲਾ ਯੂਨੀਵਰਸਿਟੀ ਦੇ ਪੇਪਰ ਲੀਕ ਦੇ ਨਾਲ ਵਿਵਾਦ ਜੁੜੇ ਹੋਏ ਆ, ਉਹ ਇੱਕ ਵੱਖਰਾ ਇਸ਼ੂ ਆ। ਜਿਹੜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਆ ਉਹ ਵਰਟੀਕਲ ਕਰ ਰਹੀ ਆ, ਕਿ ਜਿਹੜੀ ਕਿ ਕਾਸਟ ਦੇ ਵਿੱਚ ਹੁੰਦੀ ਆ ਪਰ ਫੀਮੇਲ ਦੇ ਵਿੱਚ ਨਹੀਂ ਹੁੰਦੀ। ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਇਸ਼ੂ ਆ ਕਿ ਬੰਦਿਆਂ ਦੇ ਪਹਿਲਾਂ ਮਾਰਕਸ ਉੱਪਰ ਸੀਗੇ, ਉਦੋਂ ਥੋੜੇ ਮਾਰਕਸ ਵਾਲਿਆਂ ਨੂੰ ਉਸੇ ਦੀ ਕੈਟਾਗਰੀ ਵਿੱਚ ਮਤਲਬ ਬੁਲਾ ਲਿਆ ਗਿਆਗਾ। ਜਿਹੜੀਆਂ ਇੱਕ ਨਹੀਂ, 2 ਵਾਰੀ ਲਿਸਟਾਂ ਲੱਗੀਆਂ, ਇਹ ਇੱਕ ਵਾਰੀ ਤੁਸੀਂ ਕਹਿ ਰਹੇ ਹੋ ਸਕਰੂਟਨੀ ਵੇਲੇ ਲੱਗੀ। ਹਾਂਜੀ, ਉਹ ਪਹਿਲਾਂ ਇਦਾਂ ਹੁੰਦਾ ਕਿ ਜੇ ਸਟਾਰਟਿੰਗ ਵਿੱਚ ਕੋਈ ਪਰਸਨ ਨਹੀਂ ਆਉਂਦਾ, ਐਬਸੈਂਟ ਆ, ਤਾਂ ਬਾਰ-ਬਾਰ ਸਕਰੂਟਨੀ ਨਾ ਕਰਨੀ ਪਵੇ, ਉਹ ਥੋੜੇ ਜਿਹੇ ਕੈਂਡੀਡੇਟ ਵੱਧ ਬੁਲਾ ਲੈਂਦੀ ਆ, ਤਾਂ ਕਿ ਜਿਹੜੇ ਉੱਪਰਲੇ ਐਬਸੈਂਟ ਹੋਣਗੇ ਜਾਂ ਨਹੀਂ ਲੱਗਣਾ ਚਾਹੁੰਦੇ ਤਾਂ ਹੇਠਲਿਆਂ ਨੂੰ ਲੈ ਲਿਆ ਜਾਵੇ, ਜਾਂ ਉੱਪਰਲਿਆਂ ਦੇ ਜੇ ਡਾਕੂਮੈਂਟਸ ਨਹੀਂ ਸਹੀਗੇ ਤਾਂ ਹੇਠਲਿਆਂ ਨੂੰ ਬੁਲਾ ਲਿਆ ਜਾਵੇ। ਇਸ ਲਈ ਥੋੜੇ ਜਿਹੇ ਕੈਂਡੀਡੇਟਸ ਵੱਧ ਬੁਲਾਏ ਜਾਂਦੇ ਆ। ਜਿਹੜੀ ਇੱਕੋ ਮੈਂ ਕਮੇਟੀ ਦੇ ਨਾਮ ਮੈਨੂੰ ਬੋਲਣ 'ਚ ਕੋਈ ਹਰਜ ਨਹੀਂ ਹੈਗਾ ਗਾ। ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਇੱਕ ਕਮੇਟੀ ਬਣੀ ਆ, ਜਿਹਦੇ 'ਚ ਪ੍ਰਿੰਸੀਪਲ ਗਵਰਨਮੈਂਟ ਕਾਲਜ ਤਲਵਾੜਾ, दूसरे प्रार्थना शिवानी GCG अमृतसर एसोसिएट प्रोफेसर ने, सचिन कालड़ा एसोसिएट प्रोफेसर GCG अमृतसर, डॉक्टर रोमी रोड़ा एसोसिएट प्रोफेसर GCG और प्रेम सिंह एसोसिएट प्रोफेसर गवर्नमेंट कॉलेज अजनाला। ये कमेटी ने कॉमर्स, कंप्यूटर साइंस ते इकोनॉमिक्स की करनी सी स्क्रूटनी। यही इक्को 3 सबजैक्टां दी जिहड़ी इक्को टीम आ वो 2-2 तरह के डिसीजन लै रही आ। कॉमर्स ते ਕੰਪਿਊਟਰ ਸਾਇੰਸ 'ਚ ਹੋਰ ਤਰ੍ਹਾਂ ਦੇ ਡਿਸੀਜਨ, ਉਹਨਾਂ ਦੀਆਂ ਸਾਰੀਆਂ ਲਿਸਟਾਂ ਸਾਡੇ ਕੋਲ ਨੇ, ਬੰਦੇ ਦੱਸਣਗੇ। ਤੇ ਜਿਹੜੀ ਇਕਨੋਮਿਕਸ ਦੇ ਵਿੱਚ ਆ ਉਹ ਇਹਦੇ 'ਚ ਵਰਟੀਕਲ ਡਿਸੀਜਨ ਲੈ ਰਹੀ ਆ, ਇੱਕ 'ਚ ਹੌਰੀਜ਼ੌਂਟਲ, ਇੱਕ 'ਚ ਵਰਟੀਕਲ, ਇੱਕੋ ਕਮੇਟੀ। ਔਰ ਦੋਨਾਂ ਯੂਨੀਵਰਸਿਟੀਆਂ 'ਚ ਪਹਿਲਾਂ ਡਿਫਰ ਆ, ਫਿਰ ਸਬਜੈਕਟ ਵਾਈਜ਼, ਫਿਰ ਕਮੇਟੀ ਵਾਈਜ਼, ਫਿਰ ਇੱਕ ਪਰਸਨ ਵਾਈਜ਼। ਮਤਲਬ ਕਿਸੇ ਖਾਸ ਕੈਂਡੀਡੇਟ ਨੂੰ ਰੱਖਣ ਦੇ ਲਈ ਸ਼ਰੇਆਮ ਘਪਲਾ, ਕੋਈ ਇੱਥੇ ਸੁਣਨ ਨੂੰ ਨਹੀਂ ਤਿਆਰ। ਸ਼ਰੇਆਮ ਆਪਣੇ ਜਿਹੜੇ ਪਸੰਦੀਦਾ ਬੰਦੇ ਆ ਹੇਠਾਂ ਤੋਂ ਚੱਕ ਕੇ ਤਾਂ ਬੁਲਾਏ ਗਏ ਆ। ਸਾਡੇ ਕੋਲ ਪ੍ਰੂਫ ਪਏ ਆ, ਜੇ ਨਹੀਂ ਪ੍ਰੂਫ ਹੈਗੇ ਤਾਂ ਮੇਰੇ ਤੇ ਕੋਈ ਮਾਨਹਾਨੀ ਦਾ ਕੇਸ ਕਰਦੇ, ਇਹਨਾਂ 'ਚੋਂ ਕੋਈ ਮਰਜ਼ੀ। ਸ਼ਰੇਆਮ ਪ੍ਰੂਫ ਆ, ਸੁਣਨ ਨੂੰ ਕੋਈ ਤਿਆਰ ਨਹੀਂ। ਸਾਨੂੰ ਪ੍ਰੂਫ ਦੀਆਂ ਕਾਪੀਆਂ ਦਿਓਗੇ ਨਾ? ਹਾਂਜੀ, ਜ਼ਰੂਰ ਦੇਵਾਂਗੇ। ਤੇ ਤੁਸੀਂ ਮੰਤਰੀ ਨੂੰ, ਉਚੇਰੀ ਸਿੱਖਿਆ ਤੇ ਖੇਡ ਮੰਤਰੀ ਪ੍ਰਗਟ ਸਿੰਘ ਹੋਰਾਂ ਨੂੰ ਵੀ ਮਿਲੇ ਸੀ, ਤੁਸੀਂ ਸਾਰਿਆਂ ਨੂੰ ਮਿਲੇ ਹੋ, ਉਹਨਾਂ ਦਾ ਕੀ ਕਹਿਣਾ? ਸਿੱਖਿਆ ਸਕੱਤਰ ਨੂੰ ਵੀ ਮਿਲੇ ਹੋ? ਉਹ ਸਾਰਿਆਂ ਦੀ ਫਾਈਲ ਫੜ ਕੇ ਲੋਲੀਪੌਪ ਦੇ ਦਿੰਦੇ ਆ ਨਾਲ ਦੀ ਨਾਲ, ਕਿਸੇ ਦੀ ਪੂਰੀ ਗੱਲ ਸੁਣਨ ਨੂੰ ਨਹੀਂ ਤਿਆਰ। ਉਹ ਬੰਦੇ ਨੂੰ ਇਦਾਂ ਪੈਂਦੇ ਆ ਕਿ ਜਿਵੇਂ ਕੋਈ ਉਹ ਦੋਸ਼ੀ ਹੋਵੇ। ਦੋਸ਼ੀ ਉਹ ਖੁਦ ਨੇ ਪਰ ਗਲਤੀ ਉਹ ਦੂਸਰੇ 'ਚ ਕੱਢਦੇ ਹੈਗੇ। ਕੋਈ ਮੇਲ ਦਾ ਜਵਾਬ ਨਹੀਂ ਦੇ ਰਹੇ, ਕੋਈ ਫੋਨ ਨਹੀਂ ਉਠਾ ਰਹੇ, ਕਿਸੇ ਚੀਜ਼ ਦਾ ਕੋਈ WhatsApp ਦਾ ਰਿਪਲਾਈ ਨਹੀਂ ਕਰ ਰਹੇ। ਜਿਹੜੇ ਇਹਨਾਂ ਨੇ 5 ਮੈਂਬਰੀ ਗ੍ਰੀਵੈਂਸ ਕਮੇਟੀ ਬਣਾਈ ਆ, ਉਹ ਕਹਿੰਦੇ ਇਹ ਤਾਂ ਸਿਰਫ ਹਵਾ 'ਚ ਬਣਾਈ ਗਈ ਆ। ਕੱਲ ਅਸੀਂ ਮਿਲੇ ਸੀਗੇ, ਐਡੀਸ਼ਨਲ DPI ਕੋਈ ਵੀ ਬੰਦਾ ਗੱਲ ਸੁਣਨ ਨੂੰ ਤਿਆਰ ਨਹੀਂ ਹੈਗਾ ਗਾ। ਸਾਰੇ ਬੰਦੇ ਇੱਥੇ ਰੋ ਰਹੇ ਆ, ਤੁਸੀਂ ਇਹਨਾਂ ਨਾਲ ਵੀ ਗੱਲ ਕਰ ਸਕਦੇ ਹੋ। ਕੌਣ ਬੋਲਣਾ ਚਾਹੇਗਾ? ਤੁਸੀਂ ਬੋਲੋਗੇ। ਤੁਹਾਡਾ ਨਾਂ ਕੀ ਹੈ? रितु अग्रवाल। ਕਿੱਥੋਂ ਆਏ ਹੋ? मैं अबोहर फाजिलका से आई हूँ और मैंने हिस्ट्री के लिए एग्ज़ाम दिया था, असिस्टेंट प्रोफेसर। मेरे मार्क्स जो बनते हैं जनरल फीमेल में 70 मार्क्स बनते हैं, और जो जनरल फीमेल की जो मेरिट निकाली गई है वो 63 निकाली गई है, और उस लिस्ट में मेरा नाम ही नहीं है। मतलब मेरे 70 मार्क्स बनते हैं लेकिन फिर भी 63 वालों को इन्होंने लिया है। और सबसे बड़ी बात ये है कि जो मेरिट लिस्ट थी, जब काउंसलिंग के लिए बुलाया गया था सिर्फ 65 तक बुलाया गया था, लेकिन अब इन्होंने 63 वालों को भी ले लिया। वो कहाँ से, उनकी अटेंडेंस कहाँ से लगी? जब 65 तक आपने बुलाया है तो 63 वालों की अटेंडेंस कहाँ से लगी? और सर मुझसे मेरे सारे डॉक्यूमेंट्स चेक हुए हैं, मेरा डोमिसाइल चेक हुआ है, सब कुछ चेक हुआ है, लेकिन मेरा जनरल फीमेल कैटेगरी में नाम नहीं है। क्यों, ਤੁਹਾਨੂੰ ਕੀ ਲੱਗਦਾ ਹੈ ਕਿ ਕੀ ਰੀਜ਼ਨ ਨੇ ਇਹਦੇ? मैम मुझे इसके बारे में कोई पता नहीं है। मैंने जब कल शाम को 5 बजे रिजल्ट देखा तो मैं शॉक्ड हो गई थी, और उसी टाइम मैंने चंडीगढ़ के लिए बस निकलना कि मुझे जाना है और वहाँ पे जाके बात करनी है। और मुझे उम्मीद, ਕਿਹਨੂੰ ਮਿਲੇ ਹੋ ਤੁਸੀਂ ਇੱਥੇ? यहाँ पे अश्विनी भल्ला सर हैं, उनसे बात की है। उन्होंने मतलब उन्होंने कहा है कि हम आपको रिफ्यूज़ करते हैं, हमारे पास कोई वो नहीं है, आप कहीं और जाइए, हमारे पास कोई साधन नहीं है इस चीज़ के लिए। अश्विनी भल्ला की अथॉरिटी केड़ी अथॉरिटी ने, संबंधित अथॉरिटी ने? असिस्टेंट प्रोफेसर हैं, असिस्टेंट डायरेक्टर हैं GNDU के ਜੀ। ਤੇ ਤੁਸੀਂ ਬੋਲੋ, ਤੁਸੀਂ ਕਿੱਥੋਂ ਆਏ ਹੋ? ਮੈਂ ਜੀ ਅਬੋਹਰ ਤੋਂ ਆਇਆ ਹੋਇਆ, ਤੇ ਮੇਰਾ ਜੋ ਸਰ ਨੇ ਗੱਲ ਕੀਤੀ ਹੈ ਕਿ ਜੋ ਫੀਮੇਲ ਦੇ ਹੋਰੀਜ਼ੌਂਟਲ ਜਾਂ ਵਰਟੀਕਲ ਦੇ ਨਾਲ ਰਿਲੇਟਡ ਉਹਨਾਂ ਨੇ ਜਿੰਨੀਆਂ ਵੀ ਕੈਟੇਗਰਾਈਜ਼ਡ ਕੀਤੀਆਂ ਹੈਗੀਆਂ, ਉਹਦੇ ਵਿੱਚ ਮੇਰਾ ਜੋ ਰੈਂਕ ਹੈ ਮੇਰੀ ਕੈਟੇਗਰੀ ਦੇ ਵਿੱਚ ਉਹ 4th ਰੈਂਕ ਹੈ। ਮੇਰੇ ਤੋਂ ਪਹਿਲਾਂ 3 ਕੁੜੀਆਂ ਦੇ ਨੇ, ਉਹ ਮੇਰੇ ਤੋਂ ਪਹਿਲਾਂ ਆ ਚੁੱਕੀਆਂ ਨੇ। ਉਸ ਤੋਂ ਬਾਅਦ 4th ਰੈਂਕ ਮੇਰਾ ਹੈ, 5th 6th 7th ਉਸ ਤੋਂ ਬਾਅਦ ਕੁੜੀਆਂ ਨੇ ਜਿਨ੍ਹਾਂ ਦੇ ਮੇਰੇ ਤੋਂ ਘੱਟ ਮਾਰਕਸ ਰਹੇ ਨੇ। ਪਰ ਹੁਣ ਇਹਨਾਂ ਨੇ ਮੇਰੇ ਇਕਨੋਮਿਕਸ ਸਬਜੈਕਟ ਦੇ ਵਿੱਚ ਕਿਸ ਤਰੀਕੇ ਨਾਲ ਰਿਜ਼ਰਵੇਸ਼ਨ ਯੂਜ਼ ਕੀਤੀ ਹੈ ਜਾਂ ਕਿਵੇਂ ਕੀਤਾ, ਉਹਨਾਂ ਨੂੰ ਮੈਨੂੰ ਹਟਾ ਕੇ ਮੇਰੇ ਤੋਂ ਜ਼ਿਆਦਾ ਨੰਬਰ ਵਾਲੇ ਵੀ ਵਿੱਚ ਨੇ ਤੇ ਮੇਰੇ ਤੋਂ ਘੱਟ ਨੰਬਰ ਵਾਲੇ ਵੀ ਵਿੱਚ ਨੇ। ਈਵਨ ਮੇਰੀ ਫਸਟ ਡੇ ਹੀ ਕਾਉਂਸਲਿੰਗ ਸੀ, ਕੱਟ ਆਫ ਦੇ ਵਿੱਚ ਮੇਰਾ ਪਹਿਲੇ ਦਿਨ ਦਾ ਹੀ ਨਾਮ ਆਇਆ ਹੋਇਆ। ਤਾਂ ਹੁਣ ਮੈਂ ਕੱਲ੍ਹ ਦਾ ਇੱਥੇ ਆ, ਕੱਲ ਸਵੇਰ ਤੋਂ ਕੱਲ ਸ਼ਾਮ ਤੱਕ ਇੱਥੇ ਸੀ, ਇਹਨਾਂ ਨਾਲ ਗੱਲ ਕਰ ਰਹੇ ਹਾਂ। ਕੋਈ ਵੀ ਇਹਨਾਂ ਦੇ ਵਿੱਚੋਂ ਕੋਈ ਵੀ ਜਿਹੜਾ ਹੈਗਾ ਸਹੀ ਤਰੀਕੇ ਨਾਲ ਗੱਲ ਵੀ ਨਹੀਂ ਕਰ ਰਿਹਾ, ਨਾ ਹੀ ਕੋਈ ਸਾਨੂੰ ਰਿਪਲਾਈ ਦੇ ਰਿਹਾ ਕਿ ਕੋਈ ਜਸਟੀਫਿਕੇਸ਼ਨ ਦੇ ਰਿਹਾ। ਉਹ ਕਹਿ ਰਹੇ ਕਿ ਤੁਸੀਂ ਆਪਣਾ GNDU ਦੇਖੋ। ਈਵਨ ਜੋ ਅਸ਼ਵਨੀ ਸਰ ਨੇ
ਉਹ ਉੱਥੇ ਮੇਰੇ ਸਕਰੂਟਨੀ ਦੇ ਵਿੱਚ ਆਬਜ਼ਰਵਰ ਸੀ ਹਨਾ, ਉਹਨਾਂ ਨੂੰ ਮੈਂ ਉੱਥੇ ਵੀ ਮਿਲਿਆ ਸੀ ਤੇ ਉਹਨਾਂ ਨੇ ਹੀ ਮੇਰੀ ਸਕਰੂਟਨੀ ਕੀਤੀ ਹੈ, ਬਟ ਫਿਰ ਵੀ ਹੁਣ ਉਹ ਕਹਿ ਰਹੇ ਆ ਕਿ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ, ਤੁਸੀਂ GNDU ਮਿਲੋ। ਜਾਂ GNDU ਅਸੀਂ ਕਾਲ ਕੀਤੀ ਹੈ ਤਾਂ ਉਹ ਕਹਿ ਰਹੇ ਕਿ ਅਸੀਂ ਫਾਈਨਲ ਲਿਸਟ ਬਣਾ ਚੁੱਕੇ ਹਾਂ, ਅਸੀਂ ਹੁਣ ਇਹਦੇ ਵਿੱਚ ਕੋਈ ਚੇਂਜ ਨਹੀਂ ਕਰ ਸਕਦੇ। ਹਾਲਾਂਕਿ ਉਹਦੇ ਵਿੱਚ ਚਾਹੇ ਉਹ ਕਿਹੜੀ ਵੀ ਰਿਜ਼ਰਵੇਸ਼ਨ, ਚਾਹੇ ਜੋ ਮਰਜ਼ੀ ਰਿਜ਼ਰਵੇਸ਼ਨ ਯੂਜ਼ ਕਰਨ, ਮੇਰਾ ਫਿਰ ਵੀ ਉਹਦੇ ਵਿੱਚ ਨੰਬਰ ਆਏਗਾ, ਬਟ ਇਹਨਾਂ ਨੇ ਫਾਈਨਲ ਲਿਸਟ ਦੇ ਵਿੱਚ ਮੇਰਾ ਨੰਬਰ ਹੈ ਜਿਹੜਾ ਉਹ ਹਟਾਇਆ ਹੋਇਆ। ਸੋ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਯੋਗ ਪਾਤਰ ਨੇ ਉਹਨਾਂ ਨੂੰ ਇਤਰਾਜ਼ ਨੇ, ਉਹ ਆਪਣੇ ਨੰਬਰ ਦਿਖਾ ਰਹੇ ਨੇ। ਅਸੀਂ ਇਹਨਾਂ ਦੀਆਂ ਤਸਵੀਰਾਂ, ਇਹਨਾਂ ਦੇ ਸਾਰੇ ਸਬੂਤ ਵੀ ਅਸੀਂ ਦੇਵਾਂਗੇ। ਤੇ ਤੁਸੀਂ ਕੌਣ ਬੋਲੇਗਾ ਜੀ? ਹਾਂਜੀ ਹਾਂਜੀ। ਸਾਡਾ ਨਾ ਪੋਲੀਟੀਕਲ ਸਾਇੰਸ ਦਾ ਜੋ ਪੰਜਾਬੀ ਯੂਨੀਵਰਸਿਟੀ ਨੇ ਕੰਡਕਟ ਕੀਤਾ ਸੀਗਾ। ਆਪਣਾ ਨਾਮ ਵੀ ਦੱਸੋ। ਮੇਰਾ ਨਾਮ ਕਰਮਜੀਤ ਹੈ ਤੇ ਜਰਨਲ ਫੀਮੇਲ ਦੇ ਵਿੱਚ ਮੇਰੇ 77 ਨੰਬਰ ਨੇ। ਸਾਡੀਆਂ 15 ਜਰਨਲ ਦੀਆਂ ਤੇ 6 ਫੀਮੇਲ ਦੀਆਂ 21 ਸੀਟਾਂ ਸੀ, 19 ਸੀਟਾਂ ਭਰੀਆਂ ਗਈਆਂ ਨੇ। 19ਵੀਂ ਤੱਕ 77 ਨੰਬਰਾਂ ਵਾਲੀ ਕੁੜੀ ਦਾ ਆਇਆ, 20 21 ਅੱਗੇ 77 ਵਾਲਿਆਂ ਦੇ ਆਉਣੇ ਸੀ। ਜਰਨਲ ਫੀਮੇਲ ਦਾ ਮੇਰਾ ਨੰਬਰ ਨਹੀਂ ਆਇਆ। ਪਹਿਲੀ ਗੱਲ ਕਿ ਦੋ ਯੂਨੀਵਰਸਿਟੀਆਂ ਇੱਕੋ ਹੀ ਨੇਚਰ ਦੀ ਪੋਸਟ ਲਈ ਟੈਸਟ ਲੈ ਰਹੀਆਂ ਨੇ। ਇੱਕ ਨੇ ਜਰਨਲ ਫੀਮੇਲ ਨੂੰ ਓਪਨ ਦੇ ਵਿੱਚ ਕੰਸੀਡਰ ਕੀਤਾ ਹੈਗਾ ਕਿ ਜੋ ਓਪਨ ਦੀਆਂ ਜਰਨਲ ਦੀਆਂ ਸੀਟਾਂ ਨੇ ਉਹ 'ਚ ਫੀਮੇਲ ਚਾਹੇ ਮੇਲ ਚਾਹੇ ਕਿਸੇ ਵੀ ਕੈਟਾਗਰੀ ਦਾ ਓਪਨ 'ਚ ਜਾਊਗਾ, ਫਿਰ ਉਸ ਤੋਂ ਬਾਅਦ ਉਹਦੀ ਕੈਟਾਗਰੀ ਗਿਣੀ ਜਾਊਗੀ। ਪਰ ਇਹ GNDU ਨੇ ਲਾਗੂ ਕਰ ਲਿਆ, ਪੰਜਾਬੀ ਯੂਨੀਵਰਸਿਟੀ ਨੇ ਨਹੀਂ ਕੀਤਾ। ਤਾਂ ਮਤਲਬ ਕਿ ਸਵਾਲ ਇੱਥੇ ਖੜਾ ਹੁੰਦਾ ਹੈਗਾ, ਪੋਸਟ ਇੱਕ ਹੈ, ਨੇਚਰ ਇੱਕੋ ਜਿਹਾ ਹੈ, ਦੋਨੋਂ ਯੂਨੀਵਰਸਿਟੀਆਂ ਅੱਡ-ਅੱਡ ਕ੍ਰਾਈਟੇਰੀਆ ਕਿਵੇਂ ਫੋਲੋ ਕਰ ਸਕਦੀਆਂ? ਤੁਹਾਨੂੰ ਨਿਯੁਕਤੀ ਪੱਤਰ ਨਹੀਂ ਮਿਲ ਰਿਹਾ? ਮੈਮ ਨਹੀਂ ਮਿਲ ਰਿਹਾ, ਮੈਨੂੰ ਕੋਈ ਕਾਲ ਨਹੀਂ ਆਈ ਹੈ, ਪਰ ਮੇਰਾ ਨੰਬਰ ਆ ਰਿਹਾ ਹੈ। ਤੇ ਤੁਸੀਂ ਕੀ ਕਰੋਗੇ ਫਿਰ? ਜਿੰਨੇ ਵੀ ਅਫਸਰ ਨੂੰ ਮਿਲੇ ਆ ਕੋਈ ਕਲੈਰੀਫਿਕੇਸ਼ਨ ਨਹੀਂ ਦੇ ਰਿਹਾ। ਸਭ ਕਹਿ ਰਹੇ ਨੇ ਸਾਨੂੰ ਨਹੀਂ ਪਤਾ, ਗਵਰਨਮੈਂਟ ਵੱਲੋਂ ਲਿਸਟ ਬਣ ਕੇ ਆਈ ਹੈ, ਸਾਨੂੰ ਨਹੀਂ ਪਤਾ, ਤੁਸੀਂ ਇਹਨੂੰ ਮਿਲੋ ਉਹਨੂੰ ਮਿਲੋ। ਪਰ ਤੁਸੀਂ ਸਾਰੀਆਂ ਆਪਣੀਆਂ ਇਹ ਲਿਸਟਾਂ ਸਾਂਭ ਰਹੇ ਹੋ ਨਾਲੋਂ ਨਾਲ ਕਿ ਅਦਾਲਤੀ ਕਾਰਵਾਈ ਕਰੋਗੇ ਫਿਰ? ਹਾਂਜੀ ਮੈਂ ਅਦਾਲਤੀ ਕਾਰਵਾਈ ਕਰਾਂਗੀ, ਕਿਉਂਕਿ ਇਹ ਸਾਰੀਆਂ ਇਹਨਾਂ ਨੇ ਖੁਦ ਕਲੈਰੀਫਿਕੇਸ਼ਨ ਸਾਈਟ ਤੇ ਪਾਈ ਹੈ ਕਿ ਓਪਨ ਦੇ ਵਿੱਚ ਜੋ ਵੀ ਕੈਂਡੀਡੇਟ ਜਾਊਗਾ ਕਿਸੇ ਵੀ ਕੈਟਾਗਰੀ ਦਾ, ਉਸ ਤੋਂ ਬਾਅਦ ਉਹਦੀ ਸੀਟ ਰਿਜ਼ਰਵ ਵਾਲੀ ਬਾਅਦ ਚ ਮੰਨੀ ਜਾਊਗੀ। ਖੁਦ ਦੀ ਕਲੈਰੀਫਿਕੇਸ਼ਨ ਤੋਂ ਭੱਜ ਰਹੇ ਨੇ। ਦੋਨੋਂ ਯੂਨੀਵਰਸਿਟੀਆਂ ਅਲੱਗ-ਅਲੱਗ ਚੀਜ਼ਾਂ ਨੂੰ ਕਿਵੇਂ ਕ੍ਰਾਈਟੇਰੀਆ ਫੋਲੋ ਕਰ ਸਕਦੀਆਂ ਨੇ? ਸਵਾਲ ਇੱਥੇ ਖੜਾ ਹੁੰਦਾ ਹੈ ਕਿ ਸਰਕਾਰ ਸਿਰਫ ਲੋਲੀਪੌਪ ਦੇਣਾ ਚਾਹ ਰਹੀ ਹੈ, ਜਸਟ ਥੋੜੀਆਂ ਜੀਆਂ ਸੀਟਾਂ ਦਿਖਾ ਕੇ ਇੰਨੇ ਘਪਲੇ ਕਰ ਰਹੇ ਨੇ। ਤਰੱਟੀਆਂ ਇਹਦੇ ਵਿੱਚ ਬਹੁਤ ਜ਼ਿਆਦਾ ਨੇ। ਕਾਲ ਦੇ ਵਿੱਚ ਇਹ ਬਹੁਤ ਸਾਰੇ ਬੱਚਿਆਂ ਦਾ ਨੁਕਸਾਨ ਕਰ ਰਹੇ ਨੇ। ਜਿਨ੍ਹਾਂ ਨੂੰ ਅੱਜ ਅਪਾਇੰਟਮੈਂਟ ਲੈਟਰ ਦੇਤੇ ਉਹਨਾਂ ਤੋਂ ਵਾਪਸ ਨਹੀਂ ਲੈ ਸਕਦੇ, ਉਹਨਾਂ ਦਾ ਵੀ ਨੁਕਸਾਨ ਹੈ, ਔਰ ਜਿਨ੍ਹਾਂ ਦੇ ਨੰਬਰ ਨਹੀਂ ਆਏ ਉਹਨਾਂ ਦਾ ਵੀ ਨੁਕਸਾਨ ਹੈਗਾ। ਇਹ ਮਤਲਬ ਕਿ ਯੂਥ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਉਹਨਾਂ ਦਾ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈਗਾ। ਜਦੋਂ ਤੱਕ ਇਹ ਮਤਲਬ ਕਿ ਸਹੀ ਨਹੀਂ ਕਰਦੇ, ਚਾਹੇ ਮੈਨੂੰ ਮਰਨ ਵਰਤਨ ਤੇ ਬੈਠਣਾ ਪਵੇ, ਚਾਹੇ ਮੈਨੂੰ ਭੁੱਖ ਹੜਤਾਲ ਤੇ ਬੈਠਣਾ ਪਵੇ, ਪਰ ਮੈਂ ਉਦੋਂ ਤੱਕ ਇੱਥੋਂ ਨਹੀਂ ਹਿਲ ਸਕਦੀ ਜਦੋਂ ਤੱਕ ਇਹ ਸਾਡੀ ਡਿਮਾਂਡ ਨਹੀਂ ਮੰਨਦੇ। ਤੁਹਾਡੀ ਏਜ ਕਿੰਨੀ? ਮੇਰੀ ਏਜ 29 ਸਾਲ ਹੈ ਜੀ। ਕੌਣ ਬੋਲੇਗਾ ਹੋਰ? ਹਾਂਜੀ, ਤੁਹਾਡਾ ਨਾਂ? ਮੇਰਾ ਨਾਮ ਮਮਤਾ ਹੈ ਤੇ ਹਿੰਦੀ ਮੈਂ ਫਾਜ਼ਿਲਕਾ ਤੋਂ ਆਈ ਹਾਂ ਤੇ ਮੇਰਾ ਹਿੰਦੀ ਚ 72 ਚ ਜਨਰਲ ਫੀਮੇਲ ਚ ਮੇਰਾ ਸੈਕੰਡ ਰੈਂਕ ਬਣਦਾ ਹੈ। ਤੇ ਉਹੀ ਗੱਲਾਂ ਕਿ ਇਹ ਯੂਨੀਵਰਸਿਟੀ ਓਪਨ ਚ ਇਹਨਾਂ ਨੂੰ ਕੰਸੀਡਰ ਨਹੀਂ ਕਰ ਰਹੀ, ਉਹ ਕਰ ਰਹੀ ਹੈ। ਠੀਕ ਹੈ, ਅਸੀਂ ਇੱਕੋ ਹੀ ਮੰਗ ਰੱਖਦੇ ਹਾਂ ਕਿ ਜਾਂ ਤਾਂ ਤੁਸੀਂ ਇੱਕੋ ਵਾਰੀ ਹੋ ਜਾਓ, ਠੀਕ ਹੈ, ਇੱਕੋ ਹੀ ਰੱਖੋ। ਠੀਕ ਹੈ, ਹੁਣ ਦੇਖੋ। ਤੇ ਦੂਜੀ ਗੱਲ, ਇਹਨਾਂ ਨੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹਨਾਂ ਨੇ ਕੀ ਕੀਤਾ ਹੈ ਵੀ ਰਾਤ ਇਹਨਾਂ ਨੇ ਫੋਨ ਕਰਤਾ, ਕੋਈ ਇਹਨਾਂ ਨੇ ਲਿਸਟ ਨਹੀਂ ਕੱਢੀ, ਹਾਲੇ ਤੱਕ ਸਾਡੀ ਕੋਈ ਲਿਸਟ ਨਹੀਂ ਜਾਰੀ ਕੀਤੀ। ਕੱਲੇ ਹਿੰਦੀ ਸਬਜੈਕਟ ਦੀ ਲਿਸਟ ਨਹੀਂ ਜਾਰੀ ਹੋਈ? ਹਿੰਦੀ ਦੀ ਨਹੀਂ ਹੋਈ, ਪੰਜਾਬੀ ਦੀ ਨਹੀਂ ਹੋਈ ਤੇ ਇਦਾਂ ਕਰਕੇ ਇੱਕ ਇੰਗਲਿਸ਼ ਦੀ ਨਹੀਂ ਹੋਈ। ਤਿੰਨੇ ਲੈਂਗੁਏਜ ਦੀ ਹਾਲੇ ਤੱਕ ਕੋਈ ਲਿਸਟ ਨਹੀਂ ਜਾਰੀ ਕੀਤੀ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਫੋਨ ਨਹੀਂ ਕਰ ਰਹੇ। ਫੋਨ ਕਰ ਰਹੇ ਇਹਨਾਂ ਨੇ 10:30 ਵਜੇ ਰਾਤ ਨੂੰ ਫੋਨ ਕੀਤਾ, ਤੁਸੀਂ 9:30 ਵਜੇ ਪਹੁੰਚ ਜਿਓ। ਠੀਕ ਹੈ, ਤੁਹਾਨੂੰ ਫੋਨ ਕਿਹਨਾਂ ਨੇ ਕੀਤਾ? ਮੈਨੂੰ ਕੋਈ ਫੋਨ ਨਹੀਂ ਆਇਆ, ਮੈਂ ਖੁਦ ਫੋਨ ਕੀਤਾ ਹੈ ਕਿਸੇ ਤੋਂ ਨੰਬਰ ਲੈ ਕੇ ਵੀ ਕਿਹੜੇ ਨੰਬਰ ਤੋਂ ਫੋਨ ਆਇਆ। ਫਿਰ ਉਸ ਤੋਂ ਬਾਅਦ ਮੈਂ ਇੱਥੇ ਆਈ ਹਾਂ ਕਿ ਮੇਰਾ ਨਾਮ ਤੁਸੀਂ ਕਿਉਂ ਨਹੀਂ ਫੋਨ ਕੀਤਾ, ਮੈਨੂੰ ਕਿਉਂ ਨਹੀਂ ਕੀਤਾ। ਜਦੋਂ ਉਹਨਾਂ ਨੇ ਕਿਹਾ ਕਹਿੰਦੇ ਤੁਸੀਂ ਤਾਂ ਮੈਡਮ ਲਿਸਟ 'ਚ ਹੋ ਨਹੀਂ, ਕਿਉਂ ਨਹੀਂ ਹਾਂ ਮੈਂ ਲਿਸਟ 'ਚ? ਮੈਂ ਸੈਕਿੰਡ ਮੇਰਾ ਰੈਂਕ ਬੰਦਾ ਸੀ ਜਨਰਲ ਕੈਟੇਗਰੀ 'ਚ, ਜਨਰਲ ਫੀਮੇਲ 'ਚ ਮੇਰਾ ਸੈਕਿੰਡ ਰੈਂਕ ਬੰਦਾ ਸੀ। ਕਿਉਂਕਿ ਮੇਰੇ ਤੋਂ ਉੱਪਰ ਜਿਹੜੀਆਂ ਸੀ ਉਹ ਜਨਰਲ 'ਚ ਚਲੀਆਂ ਗਈਆਂ ਤੇ 8 ਸੀਟਾਂ, ਸਾਰਾ ਮੇਰੇ ਕੋਲ ਡਾਟਾ ਹੈ, ਸਾਰਾ ਮੈਂ ਕੈਲਕੂਲੇਟ ਕਰਕੇ ਰਿਜ਼ਲਟ ਸਾਡਾ ਓਪਨ ਪਿਆ ਤੇ ਇੰਨੀਆਂ ਕੋਈ ਬਹੁਤੀਆਂ ਪੋਸਟਾਂ ਨਹੀਂ ਸੀ ਇਹਦੇ 'ਚ, ਸਿਰਫ ਸਾਡੇ 501 ਜਣੇ ਸੀ ਤੇ ਉਹਨਾਂ ਦੀ ਕੋਈ ਲਿਸਟ ਬਣਾਉਣੀ ਔਖੀ ਗੱਲ ਨਹੀਂ। ਤੇ ਸਭ ਤੋਂ ਸਾਰਾ ਕੁਝ ਕਪਲਾ ਹੋ ਰਿਹਾ ਮੈਡਮ, ਕੋਈ ਨਹੀਂ ਮਿਲ ਰਿਹਾ, ਕੋਈ ਵੀ ਨਹੀਂ ਮਿਲ ਰਿਹਾ, ਕੋਈ ਸਾਨੂੰ ਜਵਾਬ ਨਹੀਂ ਦੇ ਰਿਹਾ ਇਹਦੇ। ਕਿਉਂਕਿ ਜਵਾਬ ਹੈ ਨਹੀਂ ਇਹਨਾਂ। 2 ਮਹੀਨਿਆਂ ਨੂੰ ਇਹ ਸਾਰੇ ਲੋਕ ਵੋਟਾਂ ਮੰਗਣ ਆਉਣਗੇ, ਜਵਾਬ ਮੰਗੋਗੇ? ਬਿਲਕੁਲ ਮੰਗਾਂਗੇ। ਕਾਹਦੀਆਂ ਵੋਟਾਂ? ਇਦਾਂ ਕਰ ਰਹੇ ਨੇ ਇਹ ਸਾਡੇ ਨਾਲ, ਦਿਮਾਗ ਖਰਾਬ ਕੀਤਾ ਹੋਇਆ। ਮੈਂ ਫਾਜ਼ਿਲਕਾ ਤੋਂ ਰਾਤ ਦੀ 3 ਵਜੇ ਦੀ ਤੁਰੀ ਹੋਈ ਆ ਤੇ ਇੱਥੇ ਆ ਕੇ ਇਹ ਕੋਈ ਮਿਲਣ ਨੂੰ ਤਿਆਰ ਨਹੀਂ ਸਾਡੇ ਨਾਲ। ਅਸੀਂ ਉੱਥੇ ਮਿਨੀ ਸੈਕਟਰੀਏਟ ਜਾਏ, ਉੱਥੇ ਨਹੀਂ ਮਿਲੇ ਸਰ ਸਾਨੂੰ, ਇੱਥੇ ਕੋਈ ਮਿਲਣ ਨੂੰ ਤਿਆਰ ਨਹੀਂ। ਸੋ ਤੁਸੀਂ ਦੇਖ ਰਹੇ ਹੋ ਕਿ ਕਿੱਡੀ ਦੂਰੋਂ ਲੋਕੀ ਆਏ ਨੇ। ਕੁੜੀਆਂ ਰਾਤਾਂ ਨੂੰ ਸਵੇਰੇ 3 ਵਜੇ ਤੜਕਸਾਰ ਤੁਰੀਆਂ ਹੋਈਆਂ ਨੇ, ਕੁਝ ਇਸ ਤੋਂ ਵੀ ਪਹਿਲਾਂ ਤੁਰੀਆਂ ਹੋਣਗੀਆਂ। ਹਾਂ, ਤੁਸੀਂ ਕੁਝ ਆਖੋਗੇ? ਹਾਂਜੀ ਮੈਮ। ਤੁਹਾਡਾ ਨਾਂ ਤੇ ਉਮਰ? ਹਾਂਜੀ ਮੈਮ, ਮੇਰਾ ਨਾਮ ਪ੍ਰਿਆ ਹੈ
ਮੈਂ 29 ਇਅਰਸ ਦੀ ਹਾਂ ਤੇ ਮੈਂ ਮੈਥਮੈਟਿਕਸ ਅਸਿਸਟੈਂਟ ਪ੍ਰੋਫੈਸਰ ਚ ਅਪਲਾਈ ਕੀਤਾ ਸੀ ਤੇ ਮੇਰੇ 84 ਮਾਰਕਸ ਜਨਰਲ ਵਿਦ ਫੀਮੇਲ ਕੈਟਾਗਰੀ ਚ ਮੈਂ ਆਂਦੀ ਹਾਂ, ਪਰ ਇਹਨਾਂ ਨੇ 83 ਜਨਰਲ ਵਿਦ ਫੀਮੇਲ ਕੈਟਾਗਰੀ ਨੂੰ ਸਿਲੈਕਟ ਕੀਤਾ ਹੋਇਆ। ਤੇ ਜਦੋਂ ਮੈਂ ਉਸ ਕੁੜੀ ਨੂੰ ਮਿਲਦੀ ਹਾਂ ਤਾਂ ਮੇਰੀ ਉਹਦੇ ਨਾਲ ਆਹ ਗੱਲ ਹੋਈ, ਉਹ ਕਹਿੰਦੀ ਕਿ ਮੇਰੇ 86 ਨੰਬਰ ਬਣ ਰਹੇ ਸੀ, 83 ਮੇਰੇ ਨੰਬਰ ਨੇ ਤੇ 3 ਮੇਰੇ ਐਕਸਪੀਰੀਅੰਸ ਦੇ ਨੰਬਰ। ਤੇ ਫਿਰ ਮੈਨੂੰ ਪਤਾ ਲੱਗਿਆ ਵੀ ਉਹਦੇ 3 ਨੰਬਰ ਜਿਹੜੇ ਐਕਸਪੀਰੀਅੰਸ ਦੇ ਨੇ ਉਹ ਰਿਜੈਕਟ ਹੋ ਚੁੱਕੇ ਨੇ। ਇਹ ਗੱਲ ਉਸ ਲੜਕੀ ਨੇ ਮੇਰੇ ਅੱਗੇ ਖੁਦ ਮੰਨੀ ਆ। ਤਾਂ ਮੈਂ ਉਹਨੂੰ ਪੁੱਛਿਆ ਕਿ ਵਾਟ ਇਜ਼ ਦ ਰੀਜ਼ਨ ਬਿਹਾਈਂਡ ਯੂਰ ਸਿਲੈਕਸ਼ਨ, ਤੈਨੂੰ ਮੈਨੂੰ ਕਹਿੰਦੀ ਹੈ ਕਿ ਮੈਨੂੰ ਵੀ ਨਹੀਂ ਪਤਾ, ਮੈਂ ਆਹੀ ਕਹੂੰਗੀ ਕਿ ਮੇਰਾ ਤਾਂ ਐਕਸਪੀਰੀਅੰਸ ਸੀ। ਜਦੋਂ ਕਿ ਉਹ ਰਿਜੈਕਟ ਹੋ ਚੁੱਕੇ, ਉਹ ਉਸ ਕੁੜੀ ਨੂੰ ਵੀ ਤੁਹਾਨੂੰ ਐਕਸਪੀਰੀਅੰਸ ਨਹੀਂ ਹੈ? ਨਹੀਂ ਮੈਮ, ਮੇਰਾ ਐਕਸਪੀਰੀਅੰਸ ਨਹੀਂ ਹੈ। ਮੇਰੇ 84 ਮਾਰਕਸ ਨੇ, ਇਹਨਾਂ ਨੇ 85 ਤੱਕ ਸਕਰੂਟਨੀ ਚ ਬੁਲਾਇਆ ਸੀ, ਜਿਸ ਵਜ੍ਹਾ ਤੋਂ ਉਸ ਲੜਕੀ ਨੂੰ ਵੀ ਬੁਲਾਇਆ ਗਿਆ ਸੀ, ਪਰ ਉਹਦੇ 3 ਨੰਬਰ ਜਿਹੜੇ ਹੈ ਉਹ ਐਕਸਪੀਰੀਅੰਸ ਦੇ ਰਿਜੈਕਟ ਹੋਏ ਨੇ। ਇਹ ਉਸ ਕੁੜੀ ਨੂੰ ਵੀ ਪਤਾ ਹੈ ਤੇ ਇਹ ਤੇ ਜਿਹੜੇ ਇਹਨਾਂ ਨੇ ਲਿਸਟ ਪਾਈ ਉਹਦੇ ਵਿੱਚ ਵੀ ਇਹਨਾਂ ਨੇ 83 ਦੇ ਮਾਰਕਸ ਨਾਲ ਉਹਨੂੰ ਸਿਲੈਕਟ ਕੀਤਾ ਗਿਆ। ਤੇ ਜਦੋਂ ਕਿ 84 ਦੇ 5 ਕੁੜੀਆਂ ਹੋਰ ਵੀ ਬੈਠੀਆਂ ਨੇ ਤੇ ਜਿਨ੍ਹਾਂ ਚੋਂ ਮੈਂ ਸਭ ਤੋਂ ਉੱਪਰ ਆਂਦੀ ਹੈ ਕਿਉਂਕਿ ਮੇਰੀ ਏਜ ਉਹਨਾਂ ਤੋਂ ज़्यादा है, तो इस वजह तो मेरी सिलेक्शन होनी चाहिए तो उन्होंने नहीं होनी चाहिए। तो जदों मैं इस बारे अश्विनी भल्ला सर नाल गल कीती है तो वो कहते हैं बेनीपाल सर अमृतसर जिहड़े GNDU दे उन्हां नाल गल करो। तो जदों असीं उन्हां नाल गल करते हैं तो वो कहते हैं कि साडे हत्थ विच कुछ नहीं है, असीं तुसीं इन्हां नाल गल करो। सो अल्टीमेटली मैं फाइनली जदों भल्ला सर नाल गल कीती तो ये कहते मैं तुहाडी गल नूं रिफ्यूज़ करदा, तुहाडा राइट है, तुसीं कोर्ट केस करो। दैट मीनस सानूं अपनी सीट वास्ते ही 5 लाख सानूं जिहड़े वकीलां ने उन्हां दे चक्कर भी कट्टने पैणगे ते साडी जिहड़ी डिजर्विंग सीट है ਉਹਦੇ ਵਾਸਤੇ मतलब गवर्नमेंट ਦੀ ਸੀਟ ਲੈਣ ਲਈ ਆਹ ਕ੍ਰਾਈਟੇਰੀਆ ਹੈ ਸਾਨੂੰ। ਤੇ ਨਾਲ ਦੀ ਨਾਲ ਇਹ ਭਰਤੀ ਰੋਕ ਦੇਣਗੇ? ਮੈਮ ਮੈਂ ਇਹਨਾਂ ਨੂੰ ਆ ਕਿਹਾ ਵੀ ਠੀਕ ਹੈ, ਜੇ ਤੁਹਾਡੀ ਇਹ ਵਾਲੀ ਗਲਤੀ ਹੋ ਗਈ ਹੈ ਤੁਸੀਂ ਇੱਕ ਵਾਰ ਅਪਾਇੰਟਮੈਂਟ ਲੈਟਰਸ ਰੋਕ ਦਿਓ, ਪਰ ਇਹਨਾਂ ਨੇ ਕਿਹਾ ਨਹੀਂ ਅਸੀਂ ਅਪਾਇੰਟਮੈਂਟ ਲੈਟਰ ਦਵਾਂਗੇ, ਤੁਸੀਂ ਜੋ ਕਰ ਸਕਦੇ ਹੋ ਤੁਸੀਂ ਕੋਰਟ ਕੇਸ ਕਰ ਸਕਦੇ ਹੋ, ਤੁਹਾਡਾ ਰਾਈਟ ਹੈ। ਤਾਂ ਇਸ ਤੋਂ ਇਲਾਵਾ ਸਾਨੂੰ ਕੋਈ ਆਨਸਰ ਨਹੀਂ ਦਿੱਤਾ ਗਿਆ। ਜਿੰਨੇ ਵੀ ਬਸ ਇਹੀ ਕਹਿੰਦੇ ਵੀ ਉਹ ਬੰਦਾ ਕਹਿੰਦੇ ਤੁਸੀਂ ਉਹਨਾਂ ਨਾਲ ਗੱਲ ਕਰ ਲਓ, ਉਹ ਕਹਿੰਦੇ ਉਹਨਾਂ ਨਾਲ ਗੱਲ ਕਰ ਲਓ। ਅਸੀਂ ਸਾਰਿਆਂ ਨੂੰ ਮੇਲਸ ਪਾਈਆਂ, ਇਨਫੈਕਟ ਅਸੀਂ ਇਹਨਾਂ ਨੂੰ ਆਪਣੀ ਐਪਲੀਕੇਸ਼ਨ ਲੈਟਰ ਦਿੱਤੀ ਵੀ ਹੈ ਜਦੋਂ, ਤਾਂ ਇਹਨਾਂ ਨੇ ਸਿੰਪਲੀ ਬੋਲਿਆ ਤੁਸੀਂ ਰੱਖ ਦਿਓ ਅਸੀਂ ਦੇਖ ਲਾਂਗੇ। मीनस दे हैव नो आंसर। उस लड़की को भी कोई आंसर नहीं सी कि मेरी सिलेक्ट थोड़ी देर थोड़े चर ਨੂੰ ਅਗਲੇ ਮਹੀਨੇ ਤੱਕ ਕੋਡ ਆਫ ਕੰਡਕਟ ਲੱਗ ਜਾਣਾ ਜਿਹੜਾ ਹੈ ਨਾ ਚੋਣਾਂ ਦਾ। यस मैम, यस मैम, यस मैम। ਹਾਂਜੀ ਤੁਸੀਂ ਕੀ ਕਿੱਥੋਂ ਆਏ ਹੋ, ਕੀ ਨਾਂ ਹੈ? ਮੈਂ ਦੀਨਾਨਗਰ ਤੋਂ ਆਈ ਹਾਂ ਮੈਮ। ਮੈਂ GNDU ਦੇ ਵਿੱਚ ਕੰਪਿਊਟਰ ਸਾਇੰਸ ਦੇ ਵਿੱਚ ਦਿੱਤਾ ਸੀਗਾ ਐਗਜ਼ਾਮ। ਸਾਡੀ ਜਿਹੜੀ SC ਫੀਮੇਲ ਜਿਹੜੀ ਕੈਟਾਗਰੀ ਦੇ ਵਿੱਚ ਜਿਹੜੀ ਕੱਟ ਆਫ ਗਈ ਉਹ 68 ਹੈ ਤੇ ਮੇਰੇ 69 ਮਾਰਕਸ ਹੈ। ਮੈਨੂੰ ਸਿਲੈਕਟ ਨਹੀਂ ਕੀਤਾ, 55 ਵਾਲੇ 2 ਕੈਂਡੀਡੇਟ ਸਿਲੈਕਟ ਕਰ ਲਏ ਮੈਨੂੰ ਛੱਡ ਕੇ। 55 ਵਾਲੇ 68 ਕੱਟ ਆਫ ਹੈ, 55 ਵਾਲੇ 2 ਕੈਂਡੀਡੇਟ ਸਿਲੈਕਟ ਕੀਤੇ। ਤੁਹਾਡੇ ਕਿੰਨੇ ਨੰਬਰ ਨੇ? 69 ਮੇਰੇ 69 ਨੇ, ਮੈਨੂੰ ਛੱਡ ਦਿੱਤਾ ਹੈ। नो आंसर, दे हैविंग नो आंसर, कुछ कोई आंसर नहीं हैगा। ਕੀ ਕਰੋਗੇ? नेक्स्ट केस ही लगेगा मैम, कोर्ट केस लगेगा। ਉਹ ਆਪ ਹੀ ਕਹਿ ਰਹੇ ਆ ਮੈਮ ਵੀ ਤੁਸੀਂ ਕੋਰਟ ਜਾਓ। वो कह रहे ਉਹ ਖੁਦ ਤੁਹਾਨੂੰ ਇਹ ਨਹੀਂ ਲੱਗਦਾ ਕਿ ਤੁਹਾਨੂੰ ਜਾਣਬੁੱਝ ਕੇ ਉਕਸਾਇਆ ਜਾ ਰਿਹਾ ਕੋਰਟ ਜਾਣ ਲਈ? ਲੱਗ ਰਿਹਾ ਮੈਮ ਵੀ ਇਹ ਚਾਹੁੰਦੇ ਆ ਕਿ ਸ਼ਾਇਦ ਅਸੀਂ ਕੋਰਟ ਜਾਈਏ, ਪੋਸਟਾਂ ਰੁਕ ਜਾਣ ਤੇ ਫਿਰ ਅਸੀਂ ਇਹ ਕਹਿ ਸਕੇ ਵੀ ਅਸੀਂ ਤਾਂ ਕੱਢੀਆਂ ਸੀ ਪੋਸਟਾਂ, ਇਹਨਾਂ ਨੇ ਬੱਚਿਆਂ ਨੇ ਲਈਆਂ ਨਹੀਂ, ਵੀ ਇਹਨਾਂ ਨੇ ਖੁਦ ਨਹੀਂ ਲਈਆਂ। ਮੇਰਾ ਖੁਦ ਦਾ ਮੈਮ ਇਹੀ ਕੇਸ ਹੈ ਵੀ ਮੈਂ ਜਿਹੜੀ ਕੈਟਾਗਰੀ 'ਚ ਮੈਂ ਅਪਲਾਈ ਕੀਤਾ ਹੈ ਉਹ ਸੀਟ ਓਪਨ ਕੈਟਾਗਰੀ ਵਾਲੇ ਨੂੰ ਦੇ ਦਿੱਤੀ ਗਈ। ਮਤਲਬ ਮੈਂ SC ਫੀਮੇਲ 'ਚ ਅਪਲਾਈ ਕੀਤਾ ਸੀਗਾ, ਠੀਕ ਹੈ, ਤੇ ਜਿਹੜੀ ਲੜਕੀ ਨੂੰ ਇਹਨਾਂ ਨੇ ਸਿਲੈਕਟ ਕੀਤਾ ਉਹਦਾ SC ਓਪਨ ਦੇ ਵਿੱਚ ਸੀਗਾ, ਉਸਨੂੰ ਉਹ ਸੀਟ ਦੇਤੀ SC ਫੀਮੇਲ ਵਾਲੀ। ਉਹਨਾਂ ਦੀ ਕੋਡਿੰਗ ਵੀ ਅਲੱਗ-ਅਲੱਗ ਹੈ, 05 ਨੂੰ 06 ਵਾਲੀ ਸੀਟ ਕਿਵੇਂ ਦੇ ਸਕਦੇ ਆ? ਜਦੋਂ ਇਹਨਾਂ ਨੂੰ ਅਸੀਂ ਪੁੱਛਦੇ ਹਾਂ, ਮੈਂ ਕੱਲ ਵੀ ਆਈ ਸੀ ਉਰੇ ਜਦੋਂ ਰਿਜ਼ਲਟ ਪਿਆ 11 ਵਜੇ, ਮੈਂ ਉੱਥੋਂ ਸਿੱਧਾ ਆਈ ਹਾਂ, ਠੀਕ ਹੈ। ਫਿਰ ਇਹਨਾਂ ਨੇ ਕੋਈ ਗੱਲ ਨਹੀਂ ਸੁਣੀ ਹੈਗੀ, ਠੀਕ ਹੈ। ਫਿਰ ਇਹ ਕਹਿੰਦੇ ਜੀ ਤੁਸੀਂ ਕੋਰਟ ਜਾਓ, ਕੇਸ ਕਰ ਦਿਓ ਕਹਿੰਦੇ। ਸੋ ਤੁਸੀਂ ਦੇਖ ਰਹੇ ਹੋ ਕਿ ਵਿਦਿਆਰਥੀਆਂ ਨੂੰ ਲਗਾਤਾਰ ਉਕਸਾਇਆ ਜਾ ਰਿਹਾ। ਹਾਂਜੀ ਹਾਂਜੀ ਹਾਂਜੀ, ਮੈਂ ਮੈਡਮ ਰਸ਼ਮੀ ਅੰਮ੍ਰਿਤਸਰ ਤੋਂ ਹਾਂ, ਠੀਕ ਹੈ ਮੈਡਮ। ਅਸੀਂ ਸਬਜੈਕਟ ਕਿਹੜੇ ਤੁਹਾਡੇ? ਸਬਜੈਕਟ ਮੈਥਮੈਟਿਕਸ। ਅਸੀਂ ਸਵੇਰ ਦੇ ਇੱਥੇ ਆਏ ਹੋਏ ਹਾਂ, ਸਾਨੂੰ ਕੱਲ ਸ਼ਾਮ ਨੂੰ ਫੋਨ ਆਇਆ ਸੀ ਕਿ ਤੁਸੀਂ ਆ ਕੇ ਸਵੇਰੇ। ਕਿਹਨੇ ਫੋਨ ਕੀਤਾ ਸੀ? ਹਾਂਜੀ ਮੈਡਮ, ਇਸੇ ਆਫਿਸ ਤੋਂ ਆਇਆ ਸੀ ਸਾਨੂੰ ਫੋਨ ਕਿ ਤੁਸੀਂ ਸਵੇਰ 9 ਵਜੇ ਆ ਕੇ ਤੇ ਆਪਣੀਆਂ ਅਪਾਇੰਟਮੈਂਟ ਲੈਟਰਸ ਲੈਣੀਆਂ ਨੇ। ਮੈਂ ਫੋਨ ਤੇ ਪੁੱਛਿਆ ਕਿ ਮੈਡਮ ਮੈਂ ਆਲਰੇਡੀ ਗਵਰਨਮੈਂਟ EMPLOYEE ਹਾਂ, ਕਿ ਸਾਨੂੰ ਕਿਸੇ ਤਰ੍ਹਾਂ ਦੇ ਕਿਸੇ ਪ੍ਰੂਫ ਦੀ ਲੋੜ ਹੈਗੀ ਹੈ? ਤੇ ਅੱਗੋਂ ਕਿਹਾ ਗਿਆ ਕਿ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਕਿ ਤੁਸੀਂ ਕੋਈ ਵੀ ਪ੍ਰੂਫ ਲਿਆਉਣਾ ਜਾਂ ਨਹੀਂ ਲਿਆਉਣਾ। ਤੇ ਮੈਂ ਕਿਹਾ ਠੀਕ ਹੈ ਮੈਡਮ, ਫਿਰ ਆਪਾਂ ਕੱਲ ਇੱਥੇ ਕਹਿੰਦੇ ਸਿਰਫ ਤੁਸੀਂ ਆਪਣਾ ਇੱਕ ਰੋਲ ਨੰਬਰ ਤੇ ਆਪਣਾ ਆਧਾਰ ਨੰਬਰ ਲੈ ਕੇ ਇੱਥੇ ਆ ਸਕਦੇ ਹੋ। ਅਸੀਂ ਮੈਡਮ ਸਵੇਰੇ ਆ ਕੇ ਇੱਥੇ ਬੈਠੇ ਹਾਂ, ਕਾਨਫਰੰਸ ਹਾਲ 'ਚ ਸਾਨੂੰ ਬਿਠਾਤਾ ਜਾਂਦਾ ਹੈ। ਅੱਧਾ ਪੌਣਾ ਘੰਟਾ ਬੈਠਣ ਤੋਂ ਬਾਅਦ ਸਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਸਾਰੇ ਲੋਕਾਂ ਨੂੰ ਇੱਕ ਅਨਾਉਂਸਮੈਂਟ ਕੀਤੀ ਜਾਂਦੀ ਹਿਸਟਰੀ ਤੇ ਮੈਥਸ ਵਾਲਿਆਂ ਨੂੰ ਕਿ ਤੁਸੀਂ ਆਪਣੇ ਲੈਵਲ ਤੇ ਜਿਹੜੇ ਇੰਸਟੀਚਿਊਟ ਤੋਂ ਆਏ ਹੋ ਉੱਥੇ ਆਪਣਾ ਰੈਜ਼ਿਗਨੇਸ਼ਨ ਪਾ ਦਿਓ। ਅਸੀਂ ਆ ਕੇ ਡਾਇਰੈਕਟਲੀ ਆ ਕੇ ਜਿਹੜਾ ਬੰਦਾ ਅਨਾਉਂਸ ਕਰ ਰਿਹਾ, ਮੈਡਮ ਨੇ ਉਹ ਅਨਾਉਂਸ ਕਰ ਰਹੇ ਨੇ, ਅਸੀਂ ਆ ਕੇ ਪੁੱਛਦੇ ਹਾਂ ਕਿ ਮੈਡਮ ਅਸੀਂ ਗਵਰਨਮੈਂਟ EMPLOYEE ਹਾਂ, ਮੇਰੀ 5 ਸਾਲ ਦੀ ਸਰਵਿਸ ਹੈ, ਮੈਂ 2016 ਤੋਂ ਡਿਪਾਰਟਮੈਂਟ ਵਿੱਚ ਹੈਗੀ ਹਾਂ, ਪਹਿਲੇ ਦਿਨ ਤੋਂ ਮੇਰੀ ਪਰਮਾਨੈਂਟ ਸਰਵਿਸ ਹੈ ਕਿ ਇਸ ਟਾਈਮ ਤੇ ਅਸੀਂ ਰੈਜ਼ਿਗਨੇਸ਼ਨ ਨਹੀਂ ਪਾਣਾ, ਅਸੀਂ ਰਿਲੀਵ ਹੋਣਾ। ਕਹਿੰਦੇ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ। ਅਸੀਂ ਬਾਹਰ ਆ ਕੇ ਬੈਠ ਜੰਨੇ ਆ, ਅਸੀਂ ਇੱਧਰ ਉੱਧਰ ਸਾਰਿਆਂ ਨੂੰ ਪੁੱਛ ਰਹੇ ਹਾਂ, ਫਲਾਣੇ ਕੋ ਚਲ ਜਾਓ, ਉਹਦੇ ਕੋ ਚਲ ਜਾਓ। ਐਟ ਲਾਸਟ ਸਾਨੂੰ ਭੇਜਿਆ ਜਾਂਦਾ ਕਿ ਤੁਸੀਂ ਅਸ਼ਵਨੀ ਸਰ ਨਾਲ ਗੱਲ ਕਰੋ। ਜਦੋਂ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਉਹ ਸਾਨੂੰ ਕਹਿੰਦੇ ਨੇ ਕਿ ਤੁਹਾਡਾ ਗਵਰਨਮੈਂਟ EMPLOYEE ਦੇ ਤੌਰ ਤੇ ਇੱਧਰ ਕੋਈ ਪ੍ਰੋਟੈਕਸ਼ਨ ਨਹੀਂ ਹੈ,
ਮਤਲਬ ਕਹਿਣ ਦਾ ਕਿ ਤੁਹਾਡੀ 5 ਸਾਲ ਦੀ ਸਰਵਿਸ ਨਾਲ ਇਸ ਸਰਵਿਸ ਦਾ ਕੋਈ ਲੈਣਾ ਦੇਣਾ ਨਹੀਂ ਹੈ। ਜਦ ਕਿ ਐਡਵਰਟਾਈਜ਼ਮੈਂਟ ਦੇਖੋ ਜਾਂ ਜਿਹੜੇ ਲੋਕਾਂ ਨੂੰ ਅੱਜ ਅਪਾਇੰਟਮੈਂਟ ਲੈਟਰਸ ਮਿਲ ਰਹੇ ਨੇ, ਕੱਲ ਦੇ ਅਪਾਇੰਟਮੈਂਟ ਲੈਟਰਸ ਮਿਲ ਰਹੇ ਨੇ, ਉਹਦੇ ਵਿੱਚ 15 ਜਨਵਰੀ 2015 ਦਾ ਹਵਾਲਾ ਦਿੱਤਾ ਗਿਆ, ਰੈਫਰੈਂਸ ਦਿੱਤਾ ਗਿਆ। ਉਸ ਨੋਟੀਫਿਕੇਸ਼ਨ ਦੇ ਅਨੁਸਾਰ ਜਿਹੜਾ ਵੀ ਗਵਰਨਮੈਂਟ EMPLOYEE ਸਟੇਟ ਟੂ ਸਟੇਟ ਆਪਾਂ ਮਤਲਬ ਡਿਪਾਰਟਮੈਂਟ ਦੇ ਵਿੱਚ ਇੱਕੋ ਸਟੇਟ ਦੇ ਵਿੱਚ ਅਗਰ ਆਪਾਂ ਸ਼ਿਫਟ ਕਰਦੇ ਹਾਂ ਤਾਂ ਸਾਡੀ ਸੈਲਰੀ ਜਿਹੜੀ ਉਹ ਪ੍ਰੋਟੈਕਟ ਹੁੰਦੀ ਹੈ। ਔਰ ਇੱਥੇ ਸਾਨੂੰ ਅਸੀਂ ਆਫਿਸ ਦੇ ਵਿੱਚ ਜਦੋਂ ਅਪੀਅਰ ਹੁੰਦੇ ਹਾਂ ਸਾਨੂੰ ਇਸ ਤਰ੍ਹਾਂ ਬੋਲਿਆ ਜਾਂਦਾ ਵੈ ਕਿ ਜਿਵੇਂ ਅਸੀਂ ਕੋਈ ਕਲਪ੍ਰੀਟ ਹੈਗੇ ਆ, ਕਿ ਸਾਨੂੰ ਇਸ ਤਰ੍ਹਾਂ ਟਰੀਟ ਕੀਤਾ ਜਾਂਦਾ। ਔਰ ਜਦੋਂ ਅਸੀਂ ਕਹਿੰਦੇ ਕਿ ਸਰ ਸੈਲਰੀ ਪ੍ਰੋਟੈਕਟ ਹੋਣੀ ਹੈ, ਕਹਿੰਦੇ ਤੁਹਾਨੂੰ 56000 ਮਿਲਣਾ, ਤੁਸੀਂ ਲੈਣਾ ਲਓ। ਸਾਡੇ ਕੋਲ ਬਹੁਤ ਸਾਰੇ ਲੋਕ ਲਾਈਨ ਦੇ ਵਿੱਚ ਖਲੋਤੇ ਹੋਏ ਆ ਪੋਸਟਾਂ ਨੂੰ ਲੈਣ ਵਾਸਤੇ। ਸੋ ਉਸ ਤੋਂ ਬਾਅਦ ਤੁਸੀਂ ਰਾਤੀ 10 ਵਜੇ ਤੱਕ ਇੱਥੇ ਹੈਗੇ ਹੋ, 10 ਵਜੇ ਤੱਕ ਤੁਸੀਂ ਅਪਾਇੰਟਮੈਂਟ ਲੈਟਰ ਲੈ ਲਵੋਗੇ ਤੇ ਤੁਹਾਨੂੰ ਮਿਲ ਜਾਏਗੀ, ਅਦਰਵਾਈਜ਼ ਅਸੀਂ ਤੁਹਾਡੇ ਵਾਸਤੇ ਕੋਈ ਜ਼ਿੰਮੇਵਾਰ ਨਹੀਂ ਆ। ਨਾਲ ਹੀ ਸਾਨੂੰ ਇਹ ਕਹਿਤਾ ਜਾਂਦਾ ਸੀਗਾ ਕਿ ਫਿਰ ਸਾਡੇ ਕੋਲ ਕੀ ਰਾਹ ਗਿਆ, ਕਹਿੰਦੇ ਤੁਸੀਂ ਆਪਣੇ ਬਾਰੇ ਆਪ ਸੋਚੋ, ਇਹ 3 ਸਾਲ ਦਾ ਕੰਟਰੈਕਟ ਹੈ, ਇਹ ਕੰਟਰੈਕਚੁਅਲ ਜੌਬ ਹੈ। ਸਾਨੂੰ ਇਹ ਕਿਹਾ ਜਾਂਦਾ ਹੈ, ਆਪਾਂ ਕਿਹਾ ਕਿ ਸਰ ਆਪਾਂ ਪੱਕੀਆਂ ਜੌਬਸ ਛੱਡ ਕੇ ਅਸੀਂ ਕਿਉਂਕਿ ਆਪਣੇ DDO ਨੂੰ ਜਾ ਕੇ ਆਫਰ ਲੈਟਰ ਦਿਖਾਵਾਂਗੇ, ਸਾਡਾ DDO ਸਾਨੂੰ ਰਿਲੀਵ ਕਰੇ, ਉਸ ਤੋਂ ਬਾਅਦ ਆਪਾਂ ਸਟੇਸ਼ਨ ਦਿਖਾਓ, ਅਸੀਂ ਜੁਆਇਨ ਕਰ ਲਾਂਗੇ, ਸਾਡੀ ਮਰਜ਼ੀ ਆਪਾਂ ਜੁਆਇਨ ਕਰੀਏ ਚਾਹੇ ਨਾ ਕਰੀਏ। ਅੱਗੋਂ ਕਿਹਾ ਜਾਂਦਾ ਤੁਸੀਂ ਅੱਜ ਹੀ ਜੁਆਇਨ ਕਰੋਗੇ, ਜੁਆਇਨ ਕਰਨ ਤੋਂ ਬਾਅਦ ਤੁਹਾਨੂੰ ਲੈਟਰ ਦਿੱਤੀ ਜਾਏਗੀ, ਆਫਰ ਲੈਟਰ। ਮੈਂ ਆਪਣੇ DDO ਨੂੰ ਫੋਨ ਕਰਦਾ ਮੈਨੂੰ ਰਿਲੀਵ ਕਰ ਦਿਓ, ਉਹ ਰਿਲੀਵ ਕਰ ਦੇਣ, ਮੈਂ ਇੱਥੇ ਜੁਆਇਨ ਕਰ ਲਵਾਂ, ਮੈਨੂੰ 4 ਦਿਨ ਬਾਅਦ ਬਠਿੰਡਾ ਸਟੇਸ਼ਨ ਦੇਤਾ ਜਾਵੇ। ਮੈਂ ਅੰਮ੍ਰਿਤਸਰ ਮੈਰਿਡ ਹਾਂ, ਮੈਂ ਬਠਿੰਡਾ ਜਾ ਕੇ ਪੂਰੀ ਲਾਈਫ ਕਿੱਦਾਂ ਕੱਟ ਲਾਂਗੀ? ਇਹ ਕਿਹੜਾ ਕੋਈ ਸਰਕਾਰੀ ਸਕੂਲ ਹੈ ਜਿਹੜਾ ਮੈਂ ਪਿੰਡ ਜਾ ਕੇ ਆਪਣੀ ਟ੍ਰਾਂਸਫਰ ਕਰਾ ਸਕਦੀ ਹਾਂ? ਮੈਨੂੰ ਰਹਿਣਾ ਤੇ ਉੱਥੇ ਹੀ ਪਏਗਾ ਨਾ ਕੁਝ ਟਾਈਮ ਲਈ, ਜਿੱਦੇ ਤੱਕ ਅੰਮ੍ਰਿਤਸਰ ਵਿੱਚ ਕੋਈ ਜੌਬ ਨਹੀਂ ਅਵੇਲੇਬਲ ਹੁੰਦੀ। ਇਸ ਕਰਕੇ ਸਾਨੂੰ ਇਸ ਪੁਆਇੰਟ ਤੱਕ ਐਕਸਪਲੋਇਟ ਕੀਤਾ ਗਿਆ। ਫਿਰ ਇੱਕ ਬੰਦੇ ਨੇ ਕਿਹਾ ਕਿ ਤੁਸੀਂ ਸਾਨੂੰ ਰਾਹ ਦੱਸ ਦਿਓ, ਅਸੀਂ ਕਿੱਥੇ ਜਾਈਏ, ਅਸੀਂ ਇੰਨੇ ਔਖੇ ਟੈਸਟ ਕਲੀਅਰ ਕਰਕੇ ਆਏ ਹਾਂ। ਅੱਗੋਂ ਸਾਨੂੰ ਕਿਹਾ ਜਾਂਦਾ ਕਿ ਜਿੱਥੇ 400 ਪਟੀਸ਼ਨਾਂ ਲੱਗੀਆਂ, ਉੱਥੇ ਤੁਸੀਂ ਰਿਟਾਂ ਲੱਗੀਆਂ ਨੇ, ਉੱਥੇ ਤੁਸੀਂ 50 ਹੋਰ ਲਾ ਦਿਓ, ਸਾਨੂੰ ਨਹੀਂ ਫਰਕ ਪੈਂਦਾ, ਸਾਡੇ ਕੋਲ ਬੜੇ ਲੋਕ ਨੇ ਜੌਬਸ ਦੇਣ ਵਾਸਤੇ। ਸਾਨੂੰ ਇਹ ਜਵਾਬ ਮਿਲਿਆ। ਅੱਜ ਸਵੇਰ ਦੀ ਮੈਂ ਐਕਸਪਲੋਇਟ ਹੋਈ ਫਿਰਦੀ ਹਾਂ। ਇਹ ਜਵਾਬ ਕਿਹਨੇ ਦਿੱਤੇ? ਇਹ ਜਵਾਬ ਕਿਹਨੇ ਦਿੱਤੇ? ਬੰਦੇ ਦਾ ਨਾਂ ਲਓ। ਇਹ ਮੈਨੂੰ ਸਾਰੇ ਜਵਾਬ ਅਸ਼ਵਨੀ ਸਰ ਨੇ ਦਿੱਤੇ ਨੇ, ਔਰ ਉਹਨਾਂ ਨੇ ਮੈਨੂੰ ਇਦਾਂ ਟਰੀਟ ਕੀਤਾ ਵੈ ਕਿ ਮੈਂ ਅਸ਼ਵਨੀ ਭੱਲਾ, ਹਾਂਜੀ, ਕਿ ਮੈਂ ਇਸ ਤਰ੍ਹਾਂ ਇੱਥੇ ਜੌਬ ਲੈਣ ਆਈ ਹਾਂ ਜਿਵੇਂ ਮੈਂ ਕਿਸੇ ਕੋ ਫ੍ਰੀ ਜੌਬ ਲੈਣ ਆਈ ਹਾਂ। ਮੈਡਮ ਮੈਂ ਬਹੁਤ ਮਿਹਨਤ ਨਾਲ ਟੈਸਟ ਕਲੀਅਰ ਕੀਤਾ, ਔਰ ਮੈਂ ਡਿਪਾਰਟਮੈਂਟ 'ਚ ਵੀ ਟੈਸਟ ਕਲੀਅਰ ਕਰਕੇ ਆਈ ਸੀ। 2016 ਤੋਂ ਮੈਂ ਇਸ ਡਿਪਾਰਟਮੈਂਟ 'ਚ ਹੈਗੀ ਹਾਂ, ਔਰ ਬੜੀ ਰਿਪਿਊਟਡ ਪੋਸਟ ਹੈ ਮੇਰੀ, ਲੈਕਚਰਰ ਮੈਥਸ ਦੀ ਪੋਸਟ ਹੈ ਮੇਰੀ। ਜੀ ਜੀ, ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਅਦਾਲਤ ਜਾਣ ਲਈ ਵੀ ਉਕਸਾਇਆ ਜਾ ਰਿਹਾ ਤੇ ਕਿਸ ਤਰ੍ਹਾਂ ਬੇਰਹਿਮੀ ਨਾਲ ਜਿਹੜੇ ਸੰਬੰਧਿਤ ਅਧਿਕਾਰੀ ਨੇ, ਕਿਉਂਕਿ ਮਸਲਾ ਇਹ ਹੈ ਕਿ ਉਹਨਾਂ ਨੂੰ ਵੀ ਬਹੁਤੀ ਜਾਣਕਾਰੀ ਨਹੀਂ ਕਿ ਉਹ ਕੀ ਕਰਨ। ਇਹ ਪੰਬਲ ਭੂਸਾ ਇੰਨਾ ਬਣਿਆ ਹੋਇਆ ਹੈ। ਤੁਸੀਂ ਜੀ ਦੱਸੋਗੇ ਕੁਝ? ਹਾਂਜੀ, ਇਕਨੋਮਿਕ ਸਬਜੈਕਟ। ਤੁਹਾਡਾ ਨਾਂ ਕੀ ਹੈ? ਸੁਖਰਾਮ ਸਿੰਘ ਹੈ ਜੀ ਮੇਰਾ। ਕਿੱਥੋਂ ਆਏ ਹੋ? ਮੈਂ ਪਟਿਆਲੇ ਤੋਂ ਆਇਆ ਜੀ। ਅੱਛਾ। ਤੇ ਮੇਰਾ ਇਕਨੋਮਿਕਸ ਸਬਜੈਕਟ ਦੇ ਵਿੱਚ ਹੈਗਾ। ਇਕਨੋਮਿਕਸ ਦੇ ਵਿੱਚ ਹੋਇਆ ਕਿ ਜੀ 15 ਜਨਰਲ ਦੀਆਂ ਸੀਟਾਂ ਸੀਗੀਆਂ ਤੇ 6 ਨੇ ਜਿਹੜੀਆਂ ਉਹ ਫੀਮੇਲ ਰਿਜ਼ਰਵ ਸੀਗੀਆਂ। ਫੀਮੇਲ ਰਿਜ਼ਰਵ ਦਾ ਜਿਹੜਾ ਕੋਟਾ ਪੰਜਾਬ ਸਰਕਾਰ ਨੇ ਜਿਹੜਾ ਬਣਾਇਆ ਉਹ ਹੌਰੀਜੈਂਟਲ ਹੈ, ਠੀਕ ਹੈ, ਹੌਰੀਜੈਂਟਲ ਐਂਡ ਕੰਪਾਰਟਮੈਂਟਲਾਈਜ਼ਡ। ਉਹਦੇ ਵਿੱਚ ਇਹ ਹੁੰਦਾ ਹੈਗਾ ਜਿਹੜੀਆਂ ਜਿੰਨੀਆਂ ਫੀਮੇਲ ਦੀਆਂ ਸੀਟਾਂ ਉਹ ਹੋ ਗਿਆ, ਇਹ ਗੱਲ ਹੋ ਚੁੱਕੀ ਆਪਣੀ। ਸਾਨੂੰ ਇਹ ਦੱਸੋ ਤੁਸੀਂ ਕੀ ਸੋਚਦੇ ਹੋ ਕਿ ਜਿਵੇਂ ਅਦਾਲਤ ਜਾਣ ਲਈ ਉਕਸਾਇਆ ਜਾ ਰਿਹਾ ਹੈ, ਜਾਂ ਜਿਸ ਤਰ੍ਹਾਂ ਅਧਿਕਾਰੀਆਂ ਨੂੰ ਕੁਝ ਵੀ ਨਹੀਂ ਪਤਾ, ਤੱਤ ਪੜੱਤੀ 'ਚ ਐਲਾਨ ਕੀਤਾ ਗਿਆ ਤੇ ਕੁਝ ਲੋਕ ਜਾਂ ਵੱਖ-ਵੱਖ ਜਿਹੜੇ ਵਰਗਾਂ ਦੇ ਜਿਹੜੇ ਜੂਝ ਰਹੇ ਨੇ ਲੋਕ ਰੁਜ਼ਗਾਰ ਲਈ, ਉਹ ਉੱਚ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੂੰ ਮਿਲਦੇ ਨੇ। ਉਸ ਤੋਂ ਬਾਅਦ ਰੌਲੇ ਰੱਪੇ ਤੋਂ ਬਾਅਦ ਪੋਸਟਾਂ ਨਿਕਲਦੀਆਂ ਨੇ, 25 ਸਾਲ ਬਾਅਦ ਸਰਕਾਰੀ ਕਾਲਜ 'ਚ ਪੋਸਟਾਂ ਨਿਕਲਦੀਆਂ ਨੇ। ਤੇ ਹੁਣ ਜਿਸ ਤਰ੍ਹਾਂ ਸਰਕਾਰ ਦਾ ਬਿਹੇਵੀਅਰ ਹੈ, ਜਿਸ ਤਰ੍ਹਾਂ ਸੰਬੰਧਿਤ ਧਿਰਾਂ ਦਾ, ਯੂਨੀਵਰਸਿਟੀਆਂ ਜਿਹੜੀਆਂ ਐਗਜ਼ਾਮ ਕੰਡਕਟ ਕਰ ਰਹੀਆਂ ਨੇ ਤੇ ਅੱਗੋਂ ਜਿਵੇਂ ਪੇਪਰ ਲਿਸਟਾਂ ਲੱਗ ਰਹੀਆਂ ਨੇ ਪਾਸ ਹੋਏ ਕੈਂਡੀਡੇਟਸ ਦੀਆਂ, ਤੇ ਜਿਵੇਂ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਦਿੱਤੇ ਜਾ ਰਹੇ ਨੇ, ਕਿ ਤੁਹਾਨੂੰ ਨਹੀਂ ਲੱਗਦਾ ਕਿ ਰਜੀਮ ਨੂੰ ਕੰਮ ਕਰਨ ਦੀ ਆਦਤ ਨਹੀਂ ਰਹੀ? ਬਿਲਕੁਲ ਜੀ, ਤੁਹਾਡੀ ਗੱਲ ਨਾਲ ਉਹਨਾਂ ਨੂੰ ਕੰਮ ਨਹੀਂ ਆਉਂਦਾ। ਬਿਲਕੁਲ ਨਹੀਂ ਆਉਂਦਾ, ਕਿਉਂਕਿ ਇੱਕ ਕਮੇਟੀ ਹੈਗੀ, ਠੀਕ ਹੈ ਜੀ। ਇੱਕ ਕਮੇਟੀ ਨੇ ਕਮਰਸ ਦਾ, ਠੀਕ ਹੈ ਜੀ, ਕੰਪਿਊਟਰ ਸਾਇੰਸ ਦਾ ਤੇ ਇਕਨੋਮਿਕਸ ਦਾ। ਇੱਕ ਕਮੇਟੀ ਨੇ 3 ਲਿਸਟਾਂ ਬਣਾਈਆਂ ਨੇ। ਈਵਨ ਕਿ ਇੱਕ ਕਮੇਟੀ ਨੇ ਵੀ ਸੇਮ ਰੂਲ ਨਹੀਂ ਫੋਲੋ ਕੀਤਾ ਹੋਇਆ। ਇਹਦੇ ਵਿੱਚ ਦੋ ਸ਼ੰਕੇ ਨੇ, ਜਾਂ ਤਾਂ ਉਹਨਾਂ ਨੂੰ ਕੰਮ ਨਹੀਂ ਆਉਂਦਾ ਜਾਂ ਉਹ ਬਹੁਤ ਚਲਾਕ ਨੇਗੇ ਜਿਹੜੇ ਆਪਣੇ ਬੰਦੇ ਨਹੀਂ ਤੇਜ਼ੀ ਨਾਲ ਵੀ ਕੰਮ ਕਰਾਇਆ ਜਾ ਰਿਹਾ ਤੇ ਆਪਣੇ ਵੀ ਹੋ ਸਕਦਾ ਸੈੱਟ ਕਰਾਏ ਜਾ ਰਹੇ ਹੋਣ। ਬਿਲਕੁਲ ਤੇਜ਼ੀ ਨਾਲ ਜਿਹੜਾ 45 ਦਿਨ ਦਾ ਟਾਰਗੇਟ ਲੈ ਕੇ ਚੱਲੇ ਨੇ, ਅੱਜ 45ਵਾਂ ਦਿਨ ਹੈ। ਇਹਨਾਂ ਨੇ ਸਿਰਫ ਇਹਦੇ ਵਿੱਚ ਇਹੀ ਕਰਨਾ ਵੀ ਅਸੀਂ 45 ਦਿਨਾਂ ਵਿੱਚ ਕਰਨਾ ਹੀ ਕਰਨਾ ਹੈਗਾ, ਪਰ ਇਹ ਨਹੀਂ ਦੇਖ ਰਹੇ ਵੀ ਜਿਹੜੇ ਮਤਲਬ ਕਿ ਡਿਜ਼ਰਵਿੰਗ ਕੈਂਡੀਡੇਟ ਨੇ ਉਹਨਾਂ ਦਾ ਹੱਕ ਕਿਵੇਂ ਮਾਰਿਆ ਜਾ ਰਿਹਾ ਹੈਗਾ। ਕਿਉਂਕਿ ਪੋਸਟਾਂ ਸਰਕਾਰੀ ਕਾਲਜਾਂ ਲਈ 25 ਸਾਲਾਂ ਮਗਰੋਂ 25-26 ਸਾਲਾਂ ਮਗਰੋਂ ਨਿਕਲੀਆਂ ਨੇ ਤੇ ਉਹ ਵੀ ਹਾਲੇ ਵੀ ਕਾਲਜਾਂ 'ਚ ਬਹੁਤ ਸਾਰੀਆਂ ਅਸਾਮੀਆਂ ਖਾਲੀ ਰਹਿ ਜਾਣੀਆਂ ਨੇ। 1150 ਦੇ ਕਰੀਬ ਸਰਕਾਰ ਨੇ ਪੋਸਟਾਂ ਕੱਢੀਆਂ ਨੇ, ਇੰਨੀਆਂ ਕੁ ਨੇ, ਅੱਗੇ ਪਿੱਛੇ ਨਿੱਕਾ ਮੋਟਾ ਅੰਕੜਾ ਅੱਗੇ ਪਿੱਛੇ ਹੋ ਸਕਦਾ ਤੇ ਇਹਦੇ ਵਿੱਚ 25 ਸਾਲਾਂ ਦੇ ਜਿਹੜਾ ਫਰਕ ਹੈ ਉਹਦੇ ਵਿੱਚ ਬਹੁਤ ਸਾਰੇ ਤਾਂ ਰਹਿ ਹੀ ਗਏ ਹੋਣੇ ਨੇ ਜਿਹੜੇ ਉਮਰ ਦੀ ਹੱਦ ਸੀਮਾ ਪਾਰ ਕਰ ਚੁੱਕੇ ਹੋਣਗੇ ਤੇ ਉਹ ਬੇਰੁਜ਼ਗਾਰੀ ਉਮਰ ਸਾਰੀ ਹੰਡਾਉਣਗੇ ਤੇ ਕੁਝ ਨੇ ਜਿਨ੍ਹਾਂ ਦਾ ਇਹ ਅਖੀਰੀ ਚਾਂਸ ਹੈ। ਆਪਾਂ ਸਾਰੀ ਗੱਲ ਸਮੇਟਦੇ ਹਾਂ, ਆਪਾਂ ਮੁੜ ਫੇਰ ਡਾਕਟਰ ਬਲਵਿੰਦਰ ਚਹਿਲ ਹੋਰਾਂ ਨਾਲ ਗੱਲ ਕਰਦੇ ਹਾਂ। ਡਾਕਟਰ ਚਹਿਲ, ਸਾਨੂੰ ਇਹ ਦੱਸੋ ਵੀ ਤੁਹਾਡਾ ਅੱਗੇ ਚਾਂਸ ਹੈਗਾ?
ਨਹੀਂ ਜੀ, ਮੇਰਾ ਤਾਂ ਇਸੇ 'ਚ ਵੀ ਨਹੀਂ ਚਾਂਸ ਬਣਦਾ ਸੀ। ਮੇਰੀ ਉਮਰ 38 ਸਾਲ ਸੀਗੀ। ਪਹਿਲਾਂ ਇਹਨਾਂ ਨੇ 37 ਸਾਲ ਦੀ ਉਮਰ ਦਾ ਇਹ ਕਰਤਾ, ਤਾਂ 19 ਤਰੀਕ ਤੋਂ ਇਹ ਪੋਸਟਾਂ ਐਡਵਰਟਾਈਜ਼ ਹੋਈਆਂ 19 ਅਕਤੂਬਰ ਨੂੰ, ਤਾਂ ਮੈਂ ਤਾਂ ਕੋਈ ਤਿਆਰੀ ਨਹੀਂ ਕਰ ਸਕਿਆ। ਅਸੀਂ ਡੇਲੀ ਕ੍ਰਿਸ਼ਨ ਕੁਮਾਰ ਜੀ ਨੂੰ ਮਿਲਣ ਜਾ ਰਹੇ ਹਾਂ, ਤੇ ਇਹ ਜਾ ਕੇ ਸਤੰਬਰ 'ਚ ਜਾ ਕੇ ਦੱਸਦੇ ਆ ਕਿ ਅਸੀਂ ਇਹਨੂੰ 45 ਸਾਲ ਤੱਕ ਕਰਤਾ। ਤੇ ਮੇਰੇ ਜਿਹੜੇ ਉਹ ਵਿਚਲੇ ਦਿਨ ਸੀਗੇ 15-20 ਦਿਨ, ਉਹ ਕਿੱਧਰ ਗਏ ਆ? ਪਹਿਲੇ ਦਿਨ ਹੀ ਇਹਨਾਂ ਨੂੰ ਪਤਾ ਲੱਗ ਰਿਹਾ ਸੀਗਾ ਕਿ ਉਹ ਬੰਦੇ ਕਿੰਨੇ ਓਵਰਏਜਡ ਹੋ ਚੁੱਕੇ ਆਗੇ। ਮੈਥੋਂ ਵੀ ਵੱਡੇ ਜਿਹੜੇ 45 ਸਾਲ ਤੋਂ ਉੱਪਰ ਲੰਘ ਗਏ। ਗਲਤੀ ਰਵੀ ਸਿੱਧੂ ਦੀ ਸੀਗੀ, ਸਜ਼ਾ ਸਾਨੂੰ ਭੁਗਤਣੀ ਪੈ ਰਹੀ ਆ। ਹੁਣ ਵੀ ਜਿਹੜੇ ਪਹਿਲਾਂ ਇਹਨਾਂ ਨੇ 37 ਸਾਲ ਰੱਖਤੀ, ਬਾਅਦ ਚ 45 ਕਰਤੀ, ਤੇ ਜਿਹੜੇ ਬੰਦੇ ਉਹਨੇ ਦਿਨ ਲੜਦੇ ਰਹੇ ਕਿ ਸਾਡੀ ਉਮਰ ਵਧਾਈ ਜਾਵੇ, ਇਹਦੀ ਹੱਦ, ਤਾਂ ਉਹਨਾਂ ਦਾ ਕੋਈ ਦੋਸ਼ ਨਹੀਂਗਾ। ਇਹ ਤਾਂ ਲਾਸਟ ਅੱਧਾ ਘੰਟਾ ਪਹਿਲਾਂ ਨੋਟਿਸ ਕੱਢ ਦਿੰਦੇ ਆ ਕਿ ਹੁਣ ਅਸੀਂ ਐਂ ਸੋਚ ਲਿਆ, ਹੁਣ ਅਸੀਂ ਐਂ ਸੋਚਦੇ ਹਾਂ। ਜਿੱਦਾਂ ਐਕਸਪੀਰੀਅੰਸ ਸੀਗਾ ਪਹਿਲੇ ਦਿਨ ਜਿੱਦਾਂ ਸਿਕਿਉਰਿਟੀ ਕੀਤੀ ਗਈ, ਕਿ ਉਸ ਤੋਂ ਪਹਿਲਾਂ ਉਹ ਕਹਿੰਦੇ ਕਿ ਅਸੀਂ ਜਿਹੜੇ ਵਰਕਿੰਗ ਆ ਉਹਨਾਂ ਨੂੰ ਐਕਸਪੀਰੀਅੰਸ ਦੇਵਾਂਗੇ, ਪਰ 15 ਮਿੰਟ ਪਹਿਲਾਂ ਸਾਨੂੰ ਲੱਗਦਾ ਵੀ ਜਿਹੜੇ ਉੱਥੋਂ 1 ਸਾਲ ਜਾਂ 2 ਸਾਲ ਕੰਮ ਕਰਕੇ ਚਲੇ ਗਏ ਸਰਕਾਰੀ ਕਾਲਜਾਂ 'ਚੋਂ, ਹੁਣ ਅਸੀਂ ਉਹਨਾਂ ਨੂੰ ਵੀ ਦੇ ਰਹੇ ਹਾਂ। ਤਾਂ ਮਤਲਬ ਇਹ ਕੀ ਗੱਲ ਆ ਗਈ? ਜੇ ਆਪਦੇ ਬੰਦੇ ਉਹ 1-2 ਨੰਬਰ ਪਾ ਕੇ ਆ ਰਹੇ ਆ, ਹੁਣ ਸਾਡਾ ਮਨ ਬਦਲ ਗਿਆ, ਹੁਣ ਅਸੀਂ ਉਹਨਾਂ ਨੂੰ ਵੀ ਨੰਬਰ ਦੇ ਰਹੇ ਹਾਂ। ਮਤਲਬ ਇਹਨਾਂ ਨੂੰ ਕੁਝ ਪਤਾ ਹੀ ਨਹੀਂ ਲੱਗ ਰਿਹਾ। ਜਿਸ ਤਰ੍ਹਾਂ ਪੋਸਟਾਂ ਤੇ ਬੈਠੇ ਬੰਦੇ ਆਗੇ, ਉਹਨਾਂ ਨੂੰ ਸਮਝ ਹੀ ਨਹੀਂ ਲੱਗ ਰਹੀ ਕਿ ਬੰਦਿਆਂ ਦੇ ਮਸਲੇ ਕੀ ਆਗੇ। ਸੁਣਨ ਨੂੰ ਤਿਆਰ ਨਹੀਂ, ਬੰਦਿਆਂ ਨੂੰ ਇਦਾਂ ਪੈਂਦੇ ਆ ਵੀ ਜਿਵੇਂ ਕਿਸੇ ਨੇ ਗਲਤੀ ਕੀਤੀ ਹੋਵੇ। ਤਾਂ ਇਹ ਮੇਰੀ ਖੁਦ ਦੀ ਇਹ ਲਾਸਟ ਵਾਰ ਦਾ ਚਾਂਸ ਆ, ਪਹਿਲਾ ਤੇ ਲਾਸਟ ਚਾਂਸ ਹੈਗਾ। ਤੇ ਬਹੁਤ ਸਾਰੇ ਬੰਦੇ ਆ ਜਿਨ੍ਹਾਂ ਦੇ ਮੇਰੇ ਤੋਂ ਵੱਧ ਉਮਰ ਦੇ ਬੈਠੇ ਹੈਗੇ, ਜਿਨ੍ਹਾਂ ਦੇ ਲਾਸਟ ਚਾਂਸ ਸੀਗੇ। ਜਿਸ ਤਰ੍ਹਾਂ ਇੱਕ ਮੈਥਮੈਟਿਕਸ ਦੀ ਲੜਕੀ ਅੰਮ੍ਰਿਤਸਰ ਤੋਂ ਆਏ ਹੋਏ ਗੱਲ ਕਰਕੇ ਗਏ ਨੇ, ਉਹ 2016 ਤੋਂ ਸਰਕਾਰੀ ਕਾਲਜ ਵਿੱਚ ਪੜ੍ਹਾ ਰਹੇ ਨੇ, ਤੇ ਉਹਨਾਂ ਨੇ ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਉਹ ਸਰਕਾਰੀ ਨੌਕਰੀ 'ਚ ਨੇ, ਉਹਨਾਂ ਦੀ ਪ੍ਰੋਟੈਕਟ ਵੀ ਨਹੀਂ ਕੀਤੀ ਜਾ ਰਹੀ ਪਿਛਲਾ ਸਾਰਾ ਕੁਝ, ਪਿਛਲੀ ਕੰਮ ਦੇ ਸਾਲ। ਤੇ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੇ ਆਖਿਆ ਇਹ ਕੰਟਰੈਕਟ 3 ਸਾਲ ਦੀ ਕੰਟਰੈਕਟ ਜੌਬ ਹੈ। ਹਾਂਜੀ ਬਿਲਕੁਲ, ਇਹਦੇ 'ਚ ਕਿਤੇ ਰੈਗੂਲਰ ਸ਼ਬਦ ਨਹੀਂ ਵਰਤਿਆ ਗਿਆ। ਪਹਿਲਾਂ ਇਹਨਾਂ ਨੇ ਟੈਂਪਰੇਰੀ ਸ਼ਬਦ ਵਰਤਿਆ ਹੋਇਆਗਾ, ਉਸ ਤੋਂ ਬਾਅਦ ਸੋਚਿਆ ਜਾ ਸਕਦਾ ਮੇ ਵੀ ਆਗਾ, ਤਾਂ ਉਹ ਪਤਾ ਨਹੀਂ ਮੇ ਵੀ ਕੀ ਹੋਊਗਾ। 29 ਦੇ ਕਰੀਬ ਤੇ ਕੋਰਟ ਦੇ ਵਿੱਚ ਕੇਸ ਚੱਲ ਰਹੇ ਆ। ਜਿਨ੍ਹਾਂ ਨੂੰ ਅਪਾਇੰਟਮੈਂਟ ਲੈਟਰ ਦਿੱਤੇ ਜਾ ਰਹੇ ਆ, ਉਹਨਾਂ ਨੂੰ ਕਿਹਾ ਜਾ ਰਿਹਾ ਕਿ 20 ਤਰੀਕ ਨੂੰ ਫੈਸਲੇ ਆਉਣੇ ਆ, ਉਹ ਫੈਸਲੇ ਤੁਹਾਡੇ ਤੇ ਲਾਗੂ ਆਉਣਗੇ। ਅੱਜ ਚਾਹੇ ਕੋਈ ਕੱਚੀ ਜੌਬ ਤੇ, ਚਾਹੇ ਅਰਧ ਸਰਕਾਰੀ ਹੈ ਜਾਂ ਸਰਕਾਰੀ ਜੌਬ ਤੇ, ਕਿਸੇ ਵੀ ਫੀਲਡ ਦੇ ਵਿੱਚ, ਉਹ ਉੱਥੋਂ ਰਿਜ਼ਾਈਨ ਦੇ ਕੇ ਕਿਹਾ ਜਾ ਰਿਹਾ ਜ਼ਬਰਦਸਤੀ ਕਿ ਹੁਣੇ ਰਿਜ਼ਾਈਨ ਲਿਖ ਕੇ ਦਿਓ। ਉਹ ਰਿਜ਼ਾਈਨ ਦੇ ਕੇ ਆ ਗਿਆ, ਕੋਰਟ ਨੇ 20 ਤਰੀਕ ਨੂੰ ਇਹਨਾਂ ਪੋਸਟਾਂ ਤੇ ਮੰਨ ਲਓ ਰੋਕ ਲਗਾਤੀ, ਜਾਂ ਕੁਝ ਵੀ ਡਿਸੀਜਨ ਐਂਟੀ ਦੇਤਾ ਇਹਨਾਂ ਜਿਹੜੇ ਅਪਾਇੰਟ ਹੋਣਗੇ ਬੰਦੇ ਉਹਨਾਂ ਦੇ ਖਿਲਾਫ, ਤਾਂ ਉਹ ਕਿੱਧਰ ਜਾਣਗੇ? ਮਤਲਬ ਪਿਛਲੀ ਵੀ ਗਈ ਤੇ ਅਗਲੀ ਵੀ ਗਈ, ਨੌਕਰੀ ਨਹੀਂ ਮਿਲੀ ਉਹਨਾਂ ਨੂੰ। ਫਿਰ ਜਿਹੜੇ ਇਹੋ ਜਿਹੇ ਕੁਛ ਉਹਦੇ ਵਿੱਚ ਇਹੋ ਜਿਹੀਆਂ ਰੇਟਾਂ ਜਿਨ੍ਹਾਂ ਦੇ ਲੰਬਾ ਸਮੇਂ ਬਾਅਦ ਫੈਸਲੇ ਆਉਣਗੇ, ਤਾਂ ਹੋ ਸਕਦਾ 3 ਸਾਲ ਤੋਂ ਬਾਅਦ ਵੀ ਇਹ ਬੰਦੇ ਫਿਰ ਉਹੀ ਵੀ ਕੋਰਟ ਵੱਲ ਦੇਖਣ ਕਿ ਜਦੋਂ ਡਿਸੀਜਨ ਆਵੇਗਾ, ਜਿਵੇਂ ਰਵੀ ਸਿੱਧੂ ਵੱਲ ਦੇਖਦੇ ਰਹੇ ਕਿ ਉਹਦਾ ਡਿਸੀਜਨ ਆਊਗਾ ਕਿ ਪੋਸਟਾਂ ਵਿਕਾਂਟ ਨਹੀਂ, ਫਿਰ ਕੱਢਾਂਗੇ। ਤਾਂ ਇਹ ਮਸਲਾ ਹੈਗਾਗਾ। ਤੁਹਾਨੂੰ ਕੀ ਲੱਗਦਾ ਇਹਦੇ ਸਿਆਸੀ ਮਾਇਨੇ ਕੀ ਨੇ? ਬੜੀ ਛੇਤੀ ਜਿਸ ਤਰ੍ਹਾਂ ਮੁੱਖ ਮੰਤਰੀ ਚੰਨੀ ਪਿਛਲੇ ਕੁਝ ਸਮੇਂ ਤੋਂ ਹੀ ਆਏ ਨੇ, ਹਨਾ, ਅਹੁਦੇ ਤੇ ਆਏ ਨੇ, ਤੇ ਨਾਲ ਦੀ ਨਾਲ ਬਹੁਤ ਤੱਤ ਪੜਤੀ 'ਚ ਐਲਾਨ ਕੀਤੇ ਜਾ ਰਹੇ ਨੇ, ਤੇ ਉਹਨਾਂ 'ਚੋਂ ਬਹੁਤਿਆਂ ਦੇ ਨੋਟੀਫਿਕੇਸ਼ਨ ਵੀ ਨਹੀਂ ਹੋਏ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਪੋਸਟਾਂ ਨੂੰ ਇਸ ਤਰ੍ਹਾਂ ਖਲਾਰਾ ਪਾ ਕੇ ਸਰਕਾਰ ਇਹਦਾ ਸਿਆਸੀ ਤੌਰ ਤੇ ਕੀ ਕਹਿਣਾ ਚਾਹੁੰਦੀ ਹੈ? ਸਰਕਾਰ ਕੀ ਦਿਖਾ ਰਹੀ ਹੈ, ਜਾਂ ਕਿ ਬਾਕੀ ਪੋਲੀਟੀਕਲ ਪਾਰਟੀਆਂ ਨਾਲ ਮੁਕਾਬਲਾ ਕੀਤਾ ਜਾ ਰਿਹਾ? ਇਹ ਪੋਲੀਟੀਕਲ ਦਿੱਲੀ ਵਾਲਾ ਤਾਂ ਤੁਸੀਂ ਸੁਣ ਹੀ ਰਹੇ ਹੋਗੇ ਕਿ ਮੁਕਾਬਲੇ ਜੇ ਤੁਸੀਂ ਕਰਨੇ ਆ, ਤੁਸੀਂ ਆਪਣੇ ਲੈਵਲ ਤੇ ਕਰੋ, ਲੋਕਾਂ ਦੇ ਭਵਿੱਖ ਨਾਲ ਤਾਂ ਖਿਲਵਾੜ ਨਾ ਕਰੋ। ਜਿਹੜੀਆਂ ਇਹ ਨੌਕਰੀਆਂ ਕੱਢੀਆਂ ਗਈਆਂ, ਇਹ ਸਿਰਫ ਇੱਕ ਫਲੈਕਸ ਬੋਰਡ ਦੇ ਵਿੱਚ ਵਾਧਾ ਕਰਨ ਲਈ ਆ। ਜਿਸ ਤਰ੍ਹਾਂ ਦੇ ਹੋਰ ਬੜੇ ਸੋਹਣੇ ਫਲੈਕਸ ਬੋਰਡ ਲਾਏ ਗਏ ਆ, ਇੱਕ ਹੋਰ ਕਿ ਅਸੀਂ ਪੰਜਾਬ ਦੇ ਸਰਕਾਰੀ ਕਾਲਜਾਂ 'ਚ ਭਰਤੀ ਕਰ ਦਿੱਤੀ ਗਈ ਆ। ਇਹ ਬੰਦੇ ਲੱਗਣਗੇ ਕਿੱਥੇ? ਜਿਹੜੇ ਪਹਿਲਾਂ ਤੋਂ ਚੱਲ ਰਹੀ ਗੈਸਟ ਫੈਕਲਟੀ ਆ, ਉਹਨਾਂ ਲਈ ਵੀ ਕੱਢ ਦਿੱਤਾ ਗਿਆ ਕਿ ਅਸੀਂ ਇਹਨਾਂ ਨੂੰ ਪ੍ਰੋਟੈਕਟ ਕਰਤਾ, ਤੇ ਇਹ ਵੀ ਕਰ ਦਿੱਤਾ ਕਿ ਅਸੀਂ ਉਹਨਾਂ ਨੂੰ ਰੈਗੂਲਰ ਵੀ ਕਰ ਰਹੇ ਹਾਂ। ਜਿਹੜੇ ਪਹਿਲਾਂ ਦੇ ਲੱਗੇ ਹੋਏ ਆ, ਉਹਨਾਂ ਦੇ ਕਾਲਜਾਂ 'ਚ ਕੋਈ ਨੋਟਿਸ ਨਹੀਂ ਗਿਆ ਕਿ ਇਹਨਾਂ ਜਿਹੜੇ ਨਵੇਂ ਬੰਦਿਆਂ ਨੂੰ ਕਿੱਥੇ ਰੱਖਣਾ। ਪਹਿਲਾਂ ਵੀ ਉੱਥੇ ਬੈਠੇ ਹੋਏ ਆ, ਇੱਕ ਮਿਆਨ 'ਚ 2 ਤਲਵਾਰਾਂ ਕਿਵੇਂ ਪੈ ਜਾਣੀਆਂ? ਤਾਂ ਇੱਕ ਇਹ ਸਿਰਫ ਫਲੈਕਸ ਬੋਰਡ ਦੇ ਵਿੱਚ ਵਾਧਾ ਕਰਨਾ, ਇੱਕ ਨਵਾਂ ਤਰ੍ਹਾਂ ਦਾ ਇਹ ਉਹ ਕਰ ਰਿਹਾ। ਤੇ ਦਿੱਲੀ ਨਾਲ ਮੁਕਾਬਲਾ ਜਿਹੜਾ ਉਹ ਕਰ ਰਹੇ ਹੈਗੇ, ਉਹ ਲੋਕਾਂ ਦੇ ਜਿਹੜੇ ਭਵਿੱਖ ਨਾਲ ਖਿਲਵਾੜ ਕਰਕੇ ਉਹ ਆਪਣਾ ਇਹ ਸਿਆਸੀ ਫਾਇਦਾ ਉਠਾ ਰਹੇ ਆ। ਤਾਂ ਜਿੱਦਾਂ ਕਿ ਜਿਵੇਂ ਹੁਣੇ ਕੋਈ ਨਵੀਂ ਸਰਕਾਰ ਆਈ ਹੋਵੇ, ਪਹਿਲਾਂ ਤਾਂ ਜਿਵੇਂ ਕਿਸੇ ਹੋਰ ਪਾਰਟੀ ਦੀ ਸਰਕਾਰ ਹੋਵੇ, ਤਾਂ ਉਹ ਇੱਕ ਚਿਹਰਾ ਬਦਲਿਆ ਇਹਨਾਂ ਨੇ, ਲੋਕਾਂ ਨੂੰ ਮੂਰਖ ਬਣਾ ਰਿਹਾ। ਉਹ ਵੀ ਸਭ ਤੋਂ ਵੱਧ ਪੜ੍ਹੇ ਲਿਖਿਆਂ ਨੂੰ ਮੂਰਖ ਬਣਾ ਰਹੇ ਆ, ਜਿਹੜੇ ਪਹਿਲਾਂ ਤੋਂ ਸਰਕਾਰੀ ਨੌਕਰੀ 'ਚ ਆ, ਜਾਂ PhD ਹੋਲਡਰ ਆ, ਜਾਂ PhD ਕਰ ਰਹੇ ਆ, ਸਭ ਤੋਂ ਵੱਡੀ ਡਿਗਰੀ ਕਰ ਰਹੇ ਆ ਜਾਂ ਕਰ ਚੁੱਕੇ ਆਗੇ, ਉਹਨਾਂ ਬੰਦਿਆਂ ਨੂੰ ਮੂਰਖ ਬਣਾ ਰਹੇ ਆ ਇਹ। ਤੁਸੀਂ ਫਿਰ ਕੀ ਕਰੋਗੇ ਹੁਣ, ਜਿਸ ਤਰ੍ਹਾਂ ਦਾ ਤੁਹਾਡਾ ਨੰਬਰ ਆਇਆ ਨਹੀਂ ਜਾਂ ਆਇਆ ਤੇ ਤੁਹਾਨੂੰ ਲੈਟਰ ਨਹੀਂ ਦਿੱਤਾ ਜਾ ਰਿਹਾ, ਤੇ ਜਾਂ ਜਿਨ੍ਹਾਂ ਨੂੰ ਹੋਰਾਂ ਨੂੰ ਨਹੀਂ, ਜਿਹੜੇ ਬਹੁਤ ਨੇ ਕਹਿ ਦਿੱਤਾ ਕਿ ਉਹ ਕੋਰਟ ਜਾਣਗੇ, ਤੇ ਇਹਦਾ ਮਤਲਬ ਇਹ ਵੀ ਲਟਕ ਜਾਣਗੀਆਂ ਪੋਸਟਾਂ? ਨਹੀਂ, ਮੇਰਾ ਇਹ ਪਰਸਨਲ ਮਸਲਾ ਨਹੀਂ ਆ, ਮੇਰੀ ਤਾਂ ਅਜੇ ਲਿਸਟ ਹੀ ਨਹੀਂ ਜਾਰੀ ਹੋਈ, ਤੇ ਮੈਨੂੰ ਉਮੀਦ ਆ ਉਹਦੇ ਵਿੱਚ ਮੇਰਾ ਨੰਬਰ ਆ ਜਾਊਗਾ। ਨਾ ਵੀ ਆਇਆ
ਤਾਂ ਮੇਰਾ ਪਰਸਨਲ ਮਸਲਾ ਨਹੀਂ ਹੈਗਾ, ਇਹ ਸਾਰੇ ਲੋਕਾਂ ਦਾ ਮਸਲਾ। ਅਸੀਂ ਸਰਕਾਰੀ ਕਾਲਜ ਬਚਾਓ ਮੰਚ ਵੱਲੋਂ ਲਗਾਤਾਰ ਲੱਗੇ ਹੋਏ ਹਾਂ। ਇਹ ਸਰਕਾਰੀ ਕਾਲਜਾਂ ਨੂੰ ਬਚਾਉਣ ਦਾ ਮਸਲਾ, ਤਾਂ ਇਹ ਲੋਕਾਂ ਦੇ ਭਵਿੱਖ ਦਾ ਮਸਲਾ ਹੈਗਾ। ਉੱਥੇ ਇਕੱਲੇ ਇੱਕ ਗੱਲ ਹੋਰ ਆ, ਇਕੱਲੇ ਰੁਜ਼ਗਾਰ ਦਾ ਮਸਲਾ ਹੀ ਨਹੀਂਗਾ। ਜੇ ਸਰਕਾਰੀ ਕਾਲਜ ਨਾ ਬਚਣਗੇ ਤਾਂ ਗਰੀਬ ਜਿਹੜੇ ਲੋਕ ਆ, ਪੇਂਡੂ ਲੋਕ ਆ, ਉਹ ਸਿੱਖਿਆ ਚੋਂ ਬਾਹਰ ਹੋ ਜਾਣਗੇ। ਸਾਡੀ ਲੜਾਈ ਉੱਥੋਂ ਤੱਕ ਆ, ਸਿਰਫ ਇੱਥੇ ਰੁਜ਼ਗਾਰ ਮੰਗਦੇ ਲੋਕਾਂ ਤੱਕ ਨਹੀਂ ਹੈ। ਤਾਂ ਉਹਦੇ ਲਈ ਅਸੀਂ ਸਾਰੇ ਹੀਲੇ ਜਿੱਦਾਂ ਪਹਿਲਾਂ ਕਰ ਰਹੇ ਹਾਂ, ਕੋਰਟਾਂ ਵੀ ਆ, ਸੜਕ ਵੀ ਆ। ਦੋ ਤਰ੍ਹਾਂ ਦੀ ਪੜ੍ਹਾਈ ਜਦੋਂ ਤੱਕ ਤੁਸੀਂ ਨਹੀਂ ਕਰੋਗੇ ਉਦੋਂ ਤੱਕ ਕੁਝ ਨਹੀਂ ਮਿਲਣਾ। ਇੱਕ ਉਹ ਆ ਜਿਹੜੀ ਸਿਲੇਬਸਾਂ ਦੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ 'ਚ ਮਿਲਦੀ ਆ। ਦੂਸਰੀ ਆ ਜਿਹੜੀ ਸੜਕਾਂ ਤੇ ਡੰਡੇ ਖਾ ਕੇ ਮਿਲਦੀ ਆ। ਜੇ ਉਹ ਸਟੱਡੀ ਲਈ ਤੁਸੀਂ ਨਹੀਂ ਤਿਆਰ ਤਾਂ ਮੈਂ ਕਹੂੰਗਾ ਕਿ ਰੁਜ਼ਗਾਰ ਲਈ ਵੀ ਤੁਸੀਂ ਯੋਗ ਨਹੀਂ ਹੈਗੇ। ਦੋ ਅੱਜ ਕੱਲ੍ਹ ਜ਼ਰੂਰ ਸਟੱਡੀ ਕਰਨੀ ਪਊ, ਇੱਕ ਜਿਹੜੀ ਸਿਲੇਬਸਾਂ ਵਾਲੀ ਆ, ਦੂਜੀ ਸੜਕਾਂ ਵਾਲੀ ਆ, ਕੋਰਟਾਂ ਵਾਲੀ ਆ। ਅਸੀਂ ਉਹ ਸਟੱਡੀ ਕਰਾਂਗੇ। ਸੋ ਤੁਸੀਂ ਦੇਖ ਰਹੇ ਹੋ ਕਿ ਪਹਿਲਾਂ ਹੀ ਬਹੁਤ ਥੋੜੇ ਪੈਸਿਆਂ ਤੇ ਕਾਲਜਾਂ ਵਿੱਚ ਬਹੁਤ ਥੋੜੇ ਪੈਸਿਆਂ ਤੇ ਜਾਂ ਗੈਸਟ ਫੈਕਲਟੀ ਵਿੱਚ ਜਾਂ ਅਲੱਗ-ਅਲੱਗ ਸਟਰੀਮਸ ਵਿੱਚ ਵਰਗਾਂ ਦੇ ਤਹਿਤ ਉਹ ਪੜ੍ਹਾ ਰਹੇ ਨੇ ਨੌਜਵਾਨ। ਬਹੁਤ ਸਾਰੇ ਨੌਜਵਾਨ ਮਟਿਆਰਾਂ PhD ਨੇ ਜਾਂ MPhil ਨੇ ਜਾਂ PhD, ਜਿਸ ਤਰ੍ਹਾਂ ਕਿ ਬਲਵਿੰਦਰ ਸਿੰਘ ਹੋਰਾਂ ਨੇ ਕਿ ਉਹ ਕਰ ਰਹੇ ਨੇ PhD। ਤੇ ਉਹਨਾਂ ਨੂੰ ਕਿਵੇਂ ਖਦੇੜਿਆ ਜਾ ਰਿਹਾ, ਜਿਹੜੀਆਂ ਚੰਗੀਆਂ ਭਲੀਆਂ ਥੋੜੇ ਪੈਸਿਆਂ ਤੇ ਉਹ ਬੈਠੇ ਨੇ, ਉੱਥੋਂ ਵੀ ਉਹਨਾਂ ਨੂੰ ਖਦੇੜਿਆ ਜਾ ਰਿਹਾ। ਤੇ ਸਰਕਾਰ ਦੇ ਕੋਈ ਰੂਲ ਸਪਸ਼ਟ ਨਹੀਂ ਹੈਗੇ। ਅਸੀਂ ਤੁਹਾਨੂੰ ਸਾਰੀਆਂ ਨਾਲ ਐਡਵਰਟਾਈਜ਼ਮੈਂਟ ਤੇ ਸਾਰੇ ਦਸਤਾਵੇਜ਼ ਦਿਖਾਉਂਦੇ ਜਾ ਰਹੇ ਹਾਂ। ਤੇ ਇਸ ਤਰ੍ਹਾਂ ਇੱਕ ਨਵੀਂ ਮਤਲਬ ਨਿਰਾਸ਼ਾ ਇਹਨਾਂ ਦੇ ਵਿੱਚ ਫੈਲਾਈ ਜਾ ਰਹੀ ਹੈ। ਇਹ ਜਿਹੜੇ ਉਮਰ ਦੇ ਕਿਹੜੇ ਪੜਾਅ ਤੇ ਆ ਗਏ ਨੇ, 37 ਤੋਂ 45 ਸਾਲ ਇਹਨਾਂ ਨੂੰ ਐਡਵਰਟਾਈਜ਼ਮੈਂਟ ਵਿੱਚ, ਇਸ਼ਤਿਹਾਰ ਵਿੱਚ ਵੀ ਉਮਰ ਕਰਨੀ ਪਈ। 25 ਸਾਲਾਂ ਬਾਅਦ ਇਹ ਅਸਾਮੀਆਂ ਨਿਕਲੀਆਂ ਸਨ। ਇਹ ਸਿਰੇ ਚੜ੍ਹਦੀ ਹੈ ਗੱਲ ਜਾਂ ਨਹੀਂ? ਤੇ ਖੁਦ ਅਧਿਕਾਰੀ ਜਿਹੜੇ ਸੰਬੰਧਿਤ ਨੇ, ਜਿਨ੍ਹਾਂ ਨੂੰ ਸ਼ਾਇਦ ਇੱਥੇ ਬੈਠਣ ਦੇ ਇਸ ਵੇਲੇ ਅਲੱਗ ਕਮੇਟੀਆਂ ਵਿੱਚ ਮੈਂਬਰ ਹੋਣ ਦੇ ਅਲੱਗ ਪੈਸੇ ਵੀ ਮਿਲਣਗੇ, ਸਰਕਾਰੀ ਤੌਰ ਤੇ ਭੱਤਾ ਮਿਲੇਗਾ, ਤੇ ਉਹ ਕੋਈ ਇਹਨਾਂ ਨੂੰ ਰਾਹੇ ਨਹੀਂ ਪਾ ਰਹੇ। ਤੇ ਬਲਵਿੰਦਰ ਸਿੰਘ ਚਹਿਲ ਹੋਰਾਂ ਦਾ ਕਹਿਣਾ ਕਿ ਇਹ ਦੋ ਤਰ੍ਹਾਂ ਦੀ ਪੜ੍ਹਾਈ ਹੁਣ ਸਾਰੇ ਵਿਦਿਆਰਥੀਆਂ ਨੂੰ ਕਰਨੀ ਪਏਗੀ। ਇੱਕ ਤਾਂ ਅਕਾਦਮਿਕ ਪੜ੍ਹਾਈ, ਸਿਲੇਬਸ ਵਾਲੀਆਂ ਕਿਤਾਬਾਂ, ਤੇ ਦੂਜਾ ਸੜਕਾਂ ਤੇ ਡੰਡੇ ਖਾਣੇ, ਸੰਘਰਸ਼ ਕਰਨਾ, ਲੋਕ ਘੋਲ ਤੇ ਅਦਾਲਤਾਂ ਦੇ ਰਾਹ। ਸੋ ਤੁਸੀਂ ਵਿਦਿਆਰਥੀਆਂ ਦਾ ਹਾਲ, ਤੁਸੀਂ ਕੈਂਡੀਡੇਟਸ ਦਾ ਹਾਲ ਦੇਖ ਲਿਆ, ਜਿਹੜੇ ਵਿਦਿਆਰਥੀ ਜੀਵਨ ਚੋਂ ਤਾਂ ਲੰਘ ਚੁੱਕੇ ਨੇ। ਬੇਰੁਜ਼ਗਾਰਾਂ ਦਾ ਇਹ ਕਾਫਲਾ ਹੋਰ ਵੱਧਦਾ ਜਾਂਦਾ। ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਦੀ ਨਿਰਾਸ਼ਾ ਇਹਨਾਂ ਵਿੱਚ ਆ ਸਕਦੀ ਹੈ। ਤੇ ਕੀ ਇਹ ਸਾਰੇ ਲੋਕ, ਜਦੋਂ ਹੁਣ 2 ਮਹੀਨਿਆਂ ਨੂੰ ਵੋਟਾਂ ਪੈਣੀਆਂ ਨੇ, ਸਾਡੀ ਪੰਜਾਬ ਦੀ ਸਰਕਾਰ ਨਵੀਂ ਬਣਨੀ ਹੈ, ਕੀ ਇਹ ਸਵਾਲ ਜਾਂ ਇਹ ਮੁੱਦਾ ਬਣੇਗਾ ਚੋਣਾਂ ਦਾ ਕਿ ਇਸ ਤਰ੍ਹਾਂ ਲੋਕਾਂ ਨੂੰ ਰੋਲਿਆ ਗਿਆ ਚੰਡੀਗੜ੍ਹ ਦੇ ਦਫ਼ਤਰਾਂ ਵਿੱਚ, ਇਮਤਿਹਾਨ ਕੇਂਦਰਾਂ ਵਿੱਚ ਅਤੇ ਸੜਕਾਂ ਤੇ? ਤੁਸੀਂ ਦੇਖਦੇ ਰਹੋ TV ਪੰਜਾਬ। ਮੈਂ ਦਵਿੰਦਰ ਕੌਰ, ਕੈਮਰਾਮੈਨ ਰਾਜਵਿੰਦਰ ਸਿੰਘ ਨਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ, ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।